पंजाब देख रहे सारे दर्शकों ਨੂੰ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਜਾਨੀ ਹਰਪ੍ਰੀਤ ਰਾਠਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ, ਧੰਨਵਾਦ ਹੈ ਤੁਹਾਡਾ। ਤੁਸੀਂ ਸਾਰੇ ਪਰਿਵਾਰ ਇਸ ਟਾਈਮ ਵਿਜ਼ਨ ਪੰਜਾਬ ਦੇ ਨਾਲ ਜੁੜ ਜਾਂਦੇ ਹੋ ਤੇ ਵਿਜ਼ਨ ਪੰਜਾਬ ਦੇ ਵਿੱਚ ਜੋ ਵੀ ਇੱਥੇ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ ਉਹਨਾਂ ਦਾ ਭਰਪੂਰ ਆਨੰਦ ਮਾਣਦੇ ਹੋ, ਉਹਨਾਂ ਦੇ ਵਿੱਚੋਂ ਜਾਣਕਾਰੀ ਇਕੱਠੀ ਕਰਦੇ ਹੋ। ਲੌਂਗ ਵੀਕਐਂਡ ਸੀਗਾ ਜੀ इस बार थोड़ा जिहा मीह कनी वाला माहौल रहा, बट आस करते हैं कि थोड़ा जो लॉन्ग वीकेंड सीगा सिविक डे वाला लॉन्ग वीकेंड काफ़ी वधिया बतीत होया होएगा। परिवारां दे विच तुसीं इस टाइम नूं इंजॉय कीता होऊगा। असीं भी अलग-अलग इस मंच तो प्रोग्राम पेश कीते आ तुहाडे लई। वीकेंड तो साडी इंडिया की जो टीम है पंजाब तो साडे प्रोग्राम जो बनते ने पेश होंदे ने। फिर विनीपेग की टीम काफ़ी बहुत वधिया उपराला कर रही है, जिवें तीहां दा जो तीज का जो फैसटिवल सीजन है उहदे उत्ते इन्होंने काफ़ी वधिया रंगारंग प्रोग्राम बनाए आ ते इत्थे लाइव टैलीकास्ट होए आ। तुसीं बहुत पसंद कीते, तुहाडा धन्नवाद है। सोमवार का दिन है, सोमवार का दिन असीं इस वेले 6 तो 7 गेट लाइव विद हरप्रीत रखरा दे विच साडे मेहमान होंदे ने डॉक्टर मंजू सेतिया जी, ਜਿਹੜੇ ਤੁਹਾਨੂੰ ਵੱਖ-ਵੱਖ ਜੋ ਸਿਹਤ ਸੰਬੰਧੀ ਜਾਣਕਾਰੀ ਦਿੰਦੇ, ਵੱਖ-ਵੱਖ ਟੌਪਿਕ ਇਸ ਮੰਚ ਤੇ ਲੈ ਕੇ ਆਉਂਦੇ ਆ, ਜਿਹਦੇ ਵਿੱਚ ਉਹ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ, ਉਹਦੇ ਕੀ ਕੀ ਇਲਾਜ ਆ, ਕੀ ਕੀ ਪਰਹੇਜ਼ ਹੈਗੇ ਆ, ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਕੋਵਿਡ-19 ਦਾ ਜੋ ਇਹ ਪ੍ਰਕੋਪ ਚੱਲ ਰਿਹਾ ਸਾਰੇ ਪਾਸੇ, ਬੇਸ਼ੱਕ ਆਪਾਂ ਕੈਨੇਡਾ ਵਿੱਚ ਕੈਨੇਡਾ ਵਾਸੀਆਂ ਨੇ ਇੱਕ ਜੋ ਮੁਹਿੰਮ ਚਲਾਈ ਹੈ, ਜੋ ਅਵੇਅਰਨੈਸ ਪੈਦਾ ਕੀਤੀ ਹੈ, ਉਹਦੇ ਕਰਕੇ ਅੱਜ ਆਪਾਂ ਫੇਜ਼ 3 ਦੇ ਵਿੱਚ ਆਲਮੋਸਟ ਉਸ ਮਕਾਮ ਤੇ ਆ ਕਿ ਜਨਜੀਵਨ ਲਗਭਗ ਪਹਿਲਾਂ ਵਰਗਾ ਹੋ ਗਿਆ। ਬੇਸ਼ੱਕ ਸਾਨੂੰ ਹਜੇ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਵੀ ਆ, ਪਰ ਕੋਵਿਡ ਦਾ ਜੋ ਅਸਰ ਬਾਕੀ ਜੋ ਆਂਢ ਗੁਆਂਢ ਮੁਲਕਾਂ ਦੇ ਵਿੱਚ ਜਾਂ ਯੂਰਪ ਦੇ ਵਿੱਚ ਜੋ ਹਾਲ ਉਹਨੇ ਕੀਤਾ ਹੈਗਾ, ਆਪਾਂ ਉਸ ਤੋਂ ਕਾਫੀ ਆਪਦਾ ਬਚਾਅ ਕੀਤਾ ਹੈਗਾ ਤੇ ਉਮੀਦ ਕਰਦੇ ਹਾਂ ਕਿ ਆਪਾਂ ਉਸੇ ਤਰ੍ਹਾਂ ਦੀਆਂ ਸਾਵਧਾਨੀਆਂ ਲੈ ਕੇ ਅੱਗੇ ਵੀ ਬਚਾਅ ਕਰਦੇ ਰਵਾਂਗੇ। ਅੱਜ ਦਾ ਜਿਹੜਾ ਟੌਪਿਕ ਹੈ ਉਹ ਥੋੜਾ ਜਿਹਾ ਕੋਵਿਡ-19 ਨਾਲ ਵੀ ਰਿਲੇਟ ਕਰਦਾ, ਕਿਉਂਕਿ ਜਦੋਂ ਵੀ ਆਪਾਂ ਨੂੰ ਕੋਈ ਖੰਘ ਜ਼ੁਕਾਮ, ਕੋਈ ਨਜ਼ਲਾ ਹੋ ਜਾਂਦਾ ਤਾਂ ਆਪਾਂ ਇੱਕੋ ਦਮ ਉਸ ਚੀਜ਼ ਨੂੰ ਰਿਲੇਟ ਕਰਨ ਲੱਗ ਜਾਂਦੇ ਆ ਕਿ ਕਿਤੇ ਸਾਨੂੰ ਕੋਈ ਇਹ ਵਾਇਰਸ ਕਰੋਨਾ ਵਗੈਰਾ ਤਾਂ ਨਹੀਂ ਕੋਈ ਚੁੰਬੜ ਗਿਆ, ਤਾਂ ਫਿਰ ਆਪਾਂ ਡਰਨ ਲੱਗ ਜਾਂਦੇ ਹਾਂ। ਬੇਸ਼ੱਕ ਉਹ ਸੀਜ਼ਨਲ ਐਲਰਜੀ ਹੋਵੇ, ਬੇਸ਼ੱਕ ਉਹ ਕੋਈ ਲਾਈਕ ਵੈਸੇ ਜੋ ਤੁਹਾਨੂੰ ਪਹਿਲਾਂ ਵੀ ਕਿਤੇ ਕੋਈ ਨਜ਼ਲਾ ਜ਼ੁਕਾਮ ਹੁੰਦਾ ਹੋਵੇ, ਪਰ ਅੱਜ ਜੇਕਰ ਹੋ ਜਾਂਦਾ ਤਾਂ ਅੱਜ ਇੱਕ ਵਹਿਮ, ਇੱਕ ਸਹਿਮ ਆਪਣੇ ਅੰਦਰ ਪੈਦਾ ਹੋ ਜਾਂਦਾ ਹੈ। ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਡਾਕਟਰ ਮੰਜੂ ਸੇਤੀਆ ਜੀ ਨਾਲ ਕਿ ਜਿਹੜਾ ਅਲਰਜਿਕ ਰਾਈਨਾਈਟਿਸ ਹੈਗਾ, ਜਿਹੜੇ ਨੱਕ ਦੀਆਂ ਅਲਰਜੀਜ਼ ਆ, ਜਿਵੇਂ ਖੰਘ ਜ਼ੁਕਾਮ, ਨਜ਼ਲਾ, ਕੋਈ ਅੱਖਾਂ ਤੋਂ ਪਾਣੀ ਡਿੱਗਣਾ ਜਾਂ ਹਲਕਾ ਬੁਖਾਰ ਹੋਣਾ, ਤੇ ਆਲਮੋਸਟ ਕੋਵਿਡ ਦੇ ਲੱਛਣ ਵੀ ਕਾਫੀ ਇਹਦੇ ਨਾਲ ਮਿਲਦੇ ਆ। ਤੇ ਪਹਿਲਾਂ ਤਾਂ ਅਸੀਂ ਸਮਝਣਾ ਕਿਵੇਂ ਆ ਕਿ ਸਾਨੂੰ ਇਹ ਐਲਰਜੀ ਹੈ ਜਾਂ ਸਾਨੂੰ ਕੋਈ ਟੈਸਟ ਕਰਾ ਲੈਣਾ ਚਾਹੀਦਾ ਕੋਵਿਡ ਦਾ, ਪਹਿਲਾਂ ਤਾਂ ਉਹ ਗੱਲਾਂ ਬਾਤਾਂ ਕਰਾਂਗੇ। ਫਿਰ ਇਹਨੂੰ ਡਿਟੇਲ 'ਚ ਇਕੱਲਾ ਅਲਰਜਿਕ ਜੋ ਰਾਈਨਾਈਟਿਸ ਆ ਇਹਦੀ ਡਿਟੇਲ ਸਮਝਾਂਗੇ ਕਿ ਇਹਦੇ ਵਿੱਚ ਕੀ ਕੀ ਹੁੰਦਾ ਹੈਗਾ, ਕਿਵੇਂ ਹੁੰਦਾ, ਤੇ ਜੇ ਇਹਦਾ ਇਲਾਜ ਸਹੀ ਸਮੇਂ ਤੇ ਨਹੀਂ ਹੁੰਦਾ ਤਾਂ ਫਿਰ ਕਿਸ ਤਰ੍ਹਾਂ ਦੀਆਂ ਕੰਪਲਿਕੇਸ਼ਨਸ ਬਣ ਜਾਂਦੀਆਂ। ਡਾਕਟਰ ਸਾਹਿਬ ਜੀ ਆਇਆਂ ਨੂੰ। ਥੈਂਕ ਯੂ ਸੋ ਮਚ ਹਰਪ੍ਰੀਤ ਜੀ। ਸੋਮਵਾਰ ਦੀ ਇਸ ਸਭਾ ਦੇ ਵਿੱਚ ਵਿਜ਼ਨ ਪੰਜਾਬ ਦੇ ਇਸ ਮੰਚ ਤੇ ਪਿਛਲੀ ਵਾਰੀ ਤੁਸੀਂ ਗਏ ਹਾਜ਼ਰ ਰਹੇ ਡਾਕਟਰ ਸਾਹਿਬ, ਤੇ ਆਈ ਨੋ ਤੁਸੀਂ ਸਟੱਡੀ ਦੇ ਵਿੱਚ ਵੀ ਤੁਹਾਡਾ ਜਿਹੜਾ ਚੱਲਦਾ ਰਹਿੰਦਾ ਹੈਗਾ ਕੋਈ ਨਾ ਕੋਈ ਇਸ ਤਰ੍ਹਾਂ, ਤੇ ਪਰ ਸਾਡੇ ਦਰਸ਼ਕ ਤੁਹਾਨੂੰ ਹਮੇਸ਼ਾ ਮਿਸ ਕਰਦੇ ਆ ਜੀ, ਕਿਉਂਕਿ ਬਹੁਤ ਸਾਰੀਆਂ ਕਾਲਾਂ ਆਈਆਂ ਕਿ ਤੁਸੀਂ ਇਹ ਪ੍ਰੋਗਰਾਮ ਮਿਸ ਨਾ ਕਰਿਆ ਕਰੋ। ਕਿ ਪਰ ਮੈਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਣਾ ਕਿ ਜੇ ਡਾਕਟਰ ਸਾਹਿਬ ਸਾਡੇ ਨਾਲ ਹੋਣਗੇ ਤਾਂ ਹੀ ਉਹ ਪ੍ਰੋਗਰਾਮ ਹੋਣਾ। ਪਰ ਇਹਨਾਂ ਦਾ ਦੇਖੋ ਜਿਸ ਦੇ ਪ੍ਰੋਫੈਸ਼ਨਸ ਹੈਗੇ, ਇਹਨਾਂ ਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੇ ਲਈ ਕਾਫੀ ਕੁਛ ਨਾਲ ਦੀ ਨਾਲ ਪੜ੍ਹਨਾ ਪੈਂਦਾ ਹੈਗਾ। ਤਾਂ ਜੋ ਪਿਛਲਾ ਪ੍ਰੋਗਰਾਮ ਸੀਗਾ ਇਹਨਾਂ ਦੇ ਕੋਈ ਰਿਸਰਚ ਦੇ ਵਿੱਚ ਹੀ ਕੁਛ ਕੰਮਕਾਰ ਚੱਲ ਰਿਹਾ ਸੀਗਾ, ਤਾਂ ਕਰਕੇ ਡਾਕਟਰ ਸਾਹਿਬ ਇੱਥੇ ਨਹੀਂ ਆਏ, ਤਾਂ ਅਸੀਂ ਕੋਈ ਪੁਰਾਣਾ ਪ੍ਰੋਗਰਾਮ ਰਿਪੀਟ ਇੱਥੇ ਤੁਹਾਨੂੰ ਦਿੱਤਾ ਸੀਗਾ ਜਿਹੜਾ ਕਿ ਕਾਫੀ ਜ਼ਿਆਦਾ ਡਿਮਾਂਡਡ ਵੀ ਸੀਗਾ। ਤਾਂ ਡਾਕਟਰ ਸਾਹਿਬ ਅਲਰਜਿਕ ਰਾਈਨਾਈਟਿਸ ਹਾਂਜੀ ਤੇ ਕੋਵਿਡ-19 ਇੱਕ ਥੋੜਾ ਜਿਹਾ ਇਹਨਾਂ ਦਾ ਜਿਹੜਾ ਮਹਾਂਦਰਾ ਨਾ ਮਿਲਦਾ ਜੁਲਦਾ, ਜਿਵੇਂ ਬਹੁਤ ਸਾਰੇ ਲੋਕ ਆਪਾਂ ਕਹਿੰਦੇ ਕਿ ਟਵਿਨਸ ਵਾਂਗੂ ਲੱਗਦੇ ਆ। ਪਹਿਲਾਂ ਤਾਂ ਇਹਨਾਂ ਨੂੰ ਅਲੱਗ-ਅਲੱਗ ਕਰ ਦਿਓ ਥੋੜਾ ਜਿਹਾ ਵੀ ਇਹ ਕੋਵਿਡ ਦੇ ਜਿਹੜੇ ਸਿੰਪਟਮਸ ਹੈਗੇ ਆ ਤੇ ਅਲਰਜਿਕ ਰਾਈਨਾਈਟਿਸ ਦੇ ਜਿਹੜੇ ਸਿੰਪਟਮਸ ਹੈਗੇ ਆ ਕਿਹੜੇ-ਕਿਹੜੇ ਮਿਲਦੇ ਆ, ਕਿਹੜੇ-ਕਿਹੜੇ ਨਹੀਂ ਮਿਲਦੇ,
ਉੱਥੋਂ ਫਿਰ ਆਪਾਂ ਗੱਲ ਅੱਗੇ ਸ਼ੁਰੂ ਕਰਦੇ ਹਾਂ। ਹਾਂਜੀ, ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਹਰਪ੍ਰੀਤ ਜੀ, ਅਲਰਜੀਕ ਰਾਈਨਾਈਟਿਸ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਹੈ, ਕਿਉਂਕਿ ਜੇ ਆਪਾਂ ਕਹੀਏ ਕਿ ਆਪਾਂ ਬੁਖਾਰ ਹੋ ਜਾਏ ਤਾਂ ਆਪਾਂ ਗੋਲੀ ਖਾ ਕੇ ਕੰਮ ਕਰ ਸਕਦੇ ਹਾਂ ਜੀ, ਲੇਕਿਨ ਜੇ ਜ਼ੁਕਾਮ ਨਜ਼ਲਾ ਹੋ ਜਾਏ ਤੇ ਬੰਦੇ ਦੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਨਾ ਉਹੀ ਡਿਸਟਰਬ ਹੋ ਜਾਂਦੀ ਹੈ, ਬਿਲਕੁਲ। ਕਿਉਂਕਿ ਜਿਹੜੀ ਕੰਮ ਕਰਨ ਦੀ ਸ਼ਕਤੀ ਹੈਗੀ ਹੈ ਉਹੀ ਡਿਸਟਰਬ ਹੋ ਜਾਂਦੀ ਹੈ, ਕਿਉਂਕਿ ਜਿਹੜੀ ਰਾਈਨਾਈਟਿਸ, ਪਹਿਲਾਂ ਆਪਾਂ ਗੱਲ ਕਰਾਂਗੇ ਕਿ ਰਾਈਨਾਈਟਿਸ ਹੈ ਕੀ ਚੀਜ਼। ਜੀ, ਰਾਈਨਾਈਟਿਸ ਜਿਹੜਾ ਹੈਗਾ, ਰਾਈਨ ਵਰਡ ਜਿਹੜਾ ਹੈਗਾ ਉਹ ਨੋਜ਼ ਲਈ ਸਪੈਸੀਫਾਈ ਕਰਦਾ ਹੈ, ਔਰ ਆਈਟਿਸ ਮੀਨਸ ਇਨਫਲੇਮੇਸ਼ਨ, ਯਾਨੀ ਜਿਹੜੀ ਤੁਹਾਡੀ ਨੱਕ ਦੇ ਅੰਦਰ ਮਿਊਕੋਜ਼ਲ ਮੈਂਬਰੇਨ ਹੈ ਜਿਹੜੀ ਉਸ ਨੱਕ ਨੂੰ ਪ੍ਰੋਟੈਕਟ ਕਰਕੇ ਰੱਖਦੀ ਹੈ ਆਪਾਂ ਨੂੰ, ਤਾਂ ਕਿ ਕੋਈ ਵੀ ਫੋਰਨ ਪਾਰਟੀਕਲ ਅਗਰ ਨੱਕ ਦੇ ਵਿੱਚ ਚਲਾ ਜਾਂਦਾ ਹੈ ਤਾਂ ਉਹ ਜਿਹੜਾ ਮਿਊਕਸ ਮੈਂਬਰੇਨ ਹੈ ਉਹ ਉਹਨੂੰ ਹੀ ਖੁਦ ਹੀ ਐਕਸਪੈਲ ਕਰਕੇ ਆਪਣੇ ਆਪ ਨੂੰ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਨ ਦੀ ਕਰਦੇ, ਬਾਹਰ ਕੱਢਣ ਦਿੰਦੇ। ਹਾਂਜੀ, ਤੇ ਉਹ ਜਦੋਂ ਮਿਊਕਸ ਮੈਂਬਰੇਨ ਹੈ ਉਹ ਇਨਫਲੇਮਡ ਹੋ ਜਾਂਦੀ ਹੈ ਕਿਸੇ ਵੀ ਕਾਰਨ ਕਰਕੇ, ਕਿਸੇ ਵੀ ਅਲਰਜਨ ਦੇ ਕਰਕੇ, ਤਾਂ ਉਹਨੂੰ ਆਪਾਂ ਇਨਫਲੇਮੇਸ਼ਨ ਆਫ ਮਿਊਕੋਜ਼ਲ ਮੈਂਬਰੇਨ ਜਾਂ ਰਾਈਨਾਈਟਿਸ ਕਹਿ ਦਿੰਦੇ ਆ। ਹੁਣ ਅਗਰ ਉਹਦਾ ਕਾਰਨ ਅਲਰਜੀ ਹੋਵੇ, ਜੀ, ਐਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ, ਔਰ ਹਰ ਪਰਸਨ ਨੂੰ ਡਿਫਰੈਂਟ ਟਾਈਪ ਦੀ ਹੋ ਸਕਦੀ ਹੈ। ਇਦਾਂ ਨਹੀਂ ਹੈ ਕਿ ਅਗਰ ਜਿਹੜੀ ਚੀਜ਼ ਤੋਂ ਮੈਨੂੰ ਅਲਰਜੀ ਹੈ ਉਹੀ ਚੀਜ਼ ਤੋਂ ਤੁਹਾਨੂੰ ਵੀ ਹੋਵੇ, ਕਿਉਂਕਿ ਉਹ ਐਲਰਜੀ ਦਾ ਜਿਹੜਾ ਰਿਸਪੌਂਸ ਹੈਗਾ ਹਰ ਬੋਡੀ ਦਾ ਆਪਣਾ ਡਿਫਰੈਂਟ ਹੈ ਐਲਰਜਨ ਦੇ ਅਗੇਂਸਟ। ਹੁਣ ਜਿਹੜਾ ਐਲਰਜੀ ਹੈ ਉਹ ਤੁਹਾਡੀ ਬੋਡੀ ਹੈ, ਉਹ ਯਾਨੀ ਕਿ ਉਹ ਤੁਹਾਡੀ ਬੋਡੀ ਉਸ ਫੋਰਨ ਪਾਰਟੀਕਲਸ ਨੂੰ ਐਕਸੈਪਟ ਨਹੀਂ ਕਰ ਪਾ ਰਹੀ ਔਰ ਉਹਦੇ ਲਈ ਇੱਕਦਮ ਇਨਸਟੈਂਟ ਰਿਐਕਸ਼ਨ ਦੇ ਦਿੰਦੀ ਹੈ। ਹੁਣ ਜਿੱਦਾਂ ਹਰਪ੍ਰੀਤ, ਜਦੋਂ ਆਪਾਂ ਵੀਕ ਹੁੰਨੇ ਆ, ਜੀ, ਕਮਜ਼ੋਰ ਹੁੰਨੇ ਆ, ਆਪਾਂ ਇਰੀਟੇਟਿਡ ਨੇਚਰ ਦੇ ਹੋ ਜਾਂਦੇ ਆ, ਸੈਂਸਿਟਿਵ ਹੋ ਜਾਂਦੇ ਆ, ਛੋਟੀ ਜੀ ਗੱਲ ਤੇ ਵੀ ਵੱਡਾ ਸਾਰਾ ਰਿਸਪੌਂਸ ਦੇ ਦਿੰਦੇ ਆ ਕਿ ਨਹੀਂ, ਰਿਐਕਟ ਕਰ ਦਿੰਦੇ ਆ। ਉਸੇ ਤਰ੍ਹਾਂ ਆਪਣੀ ਜਿਹੜੀ ਬੋਡੀ ਵੀ ਹੈਗੀ ਹੈ ਉਹ ਵੀ ਕੋਈ ਫੋਰਨ ਪਾਰਟੀਕਲ ਜਾਂ ਅਲਰਜਨ ਦੇ ਥਰੂ ਰਿਸਪੌਂਸ ਦਿੰਦੀ ਹੈ, ਯਾਨੀ ਉਹਦਾ ਹਾਈਪਰ ਸੈਂਸਿਟਿਵ ਰਿਸਪੌਂਸ ਹੈ ਟੂਵਰਡਸ ਦੈਟ ਰਿਐਕਸ਼ਨ, ਰਾਈਟ ਵੇ ਉਹਦਾ ਰਿਐਕਸ਼ਨ ਹੋ ਜਾਂਦਾ ਉਹ। ਤੇ ਜਿਹੜਾ ਆਪਾਂ ਕੋਵਿਡ-19 ਦੀ ਗੱਲ ਕਰੀਏ, ਜਿਹੜਾ ਕੋਵਿਡ-19 ਹੈ ਇਟ ਇਜ਼ ਰਿਲੇਟਿਡ ਟੂ ਵਾਇਰਲ ਇਨਫੈਕਸ਼ਨ, ਤੇ ਜਿਹੜਾ ਐਲਰਜਿਕ ਰਾਈਨਾਈਟਿਸ ਹੈ ਇਟ ਇਜ਼ ਰਿਲੇਟਿਡ ਟੂ ਐਲਰਜਿਕ, ਯਾਨੀ ਉਹ ਕਿਸੇ ਚੀਜ਼ ਦੇ ਕਰਕੇ ਬੋਡੀ ਹੈ ਥੋੜੀ ਉਹ ਰਿਸਪੌਂਸ ਦੇ ਰਹੀ ਹੈ। ਔਰ ਜਿਹੜਾ ਐਲਰਜਿਕ ਰਾਈਨਾਈਟਿਸ ਹੁੰਦਾ ਹੈ ਇਹ ਕਮਿਊਨੀਕੇਬਲ ਨਹੀਂ ਹੁੰਦਾ, ਇਹ ਸਪਰੈਡ ਨਹੀਂ ਹੁੰਦਾ ਇੱਕ ਦੂਜੇ ਤੋਂ, ਕਿਉਂਕਿ ਉਹ ਤੁਹਾਡੀ ਬੋਡੀ ਦਾ ਆਪਣਾ ਰਿਸਪੌਂਸ ਹੈ ਜੀ ਕਿਸੇ ਵੀ ਚੀਜ਼ ਨੂੰ ਰਿਐਕਟ ਕਰਕੇ। ਹੁਣ ਉਹ ਐਲਰਜਨ ਕੀ ਹੋ ਸਕਦਾ ਹੈ? ਉਹ ਡਸਟ ਵੀ ਹੋ ਸਕਦੀ ਹੈ, ਕਿਸੇ ਸਪੈਸੀਫਿਕ ਪੋਲਨ ਵੀ ਹੋ ਸਕਦੇ ਹੈ, ਸੀਜ਼ਨਲ ਚੇਂਜਸ ਵੀ ਹੋ ਸਕਦੀਆਂ, ਕਿਸੇ ਨੂੰ ਕਈ ਲੋਕ ਹੁੰਦੇ ਆ ਕਿ ਇੱਕਦਮ ਏਸੀ ਤੋਂ ਬਾਹਰ ਜਾਂਦੇ ਆ, ਉਹਨਾਂ ਨੂੰ ਟੈਂਪਰੇਚਰ ਚੇਂਜ ਹੋਇਆ, ਇੱਕਦਮ ਉਹਨਾਂ ਦੇ ਬੋਡੀ ਰਿਸਪੌਂਸ ਕਰਦੀ ਹੈ, ਇੱਕਦਮ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਲੋਕ ਇਹੋ ਜਿਹੇ ਆ ਕਿ ਸਵੇਰੇ ਉੱਠਦੇ ਆ ਔਰ ਨਹਾ ਕੇ ਆਉਂਦੇ ਆ ਤਾਂ ਇੱਕੋਦਮ ਬਹੁਤ ਸਾਰੀਆਂ ਉਹਨਾਂ ਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਇਹ ਉਹਨਾਂ ਦੀ ਬੋਡੀ ਦਾ ਰਿਸਪੌਂਸ ਹੈ। ਲੇਕਿਨ ਜਿਹੜਾ ਕੋਵਿਡ-19 ਹੈ ਉਹ ਰਿਲੇਟਿਡ ਟੂ ਵਾਇਰਲ ਇਨਫੈਕਸ਼ਨ ਹੈ। ਮੈਂ ਇੱਥੇ ਥੋੜਾ ਜਿਹਾ ਇਹ ਗੱਲ ਜ਼ਰੂਰੀ ਕਰਨੀ ਪੈਂਦੀ ਹੈ ਕਿ ਹੁਣ ਦੇਖੋ, ਪਹਿਲਾਂ ਅੱਜ ਤੋਂ 1 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕੋਵਿਡ ਨਹੀਂ ਸੀਗਾ, ਕਿਸੇ ਦਾ ਗਲਾ ਖਰਾਬ ਹੁੰਦਾ ਤਾਂ ਆਪਾਂ ਕਹਿੰਦੇ ਕਿ ਉਹਨੂੰ ਵਾਇਰਲ ਆ, ਸਿੰਪਲ ਹੈ ਨਾ, ਤੇ ਉਹ ਡਾਕਟਰ ਕੋਲ ਚਲਾ ਜਾਂਦਾ ਤੇ ਡਾਕਟਰ ਉਦੋਂ ਦੇਖਦਾ ਕਿ ਉਹਨਾਂ ਐਂਟੀਬਾਇਓਟਿਕ ਦੇ ਤੇ ਵਾਟਐਵਰ ਜੋ ਕਰਤਾ ਉਹਨੂੰ ਟ੍ਰੀਟ ਕਰਤਾ। ਅੱਜ ਮੰਨ ਲਓ ਕਿਸੇ ਦਾ ਗਲਾ ਖਰਾਬ ਆ ਤਾਂ ਉਹ ਪਹਿਲਾਂ ਉਹਦੇ ਮਨ 'ਚ ਇੱਕ ਡਰ ਜਾਂਦਾ ਕਿ ਪਤਾ ਨਹੀਂ ਵੀ ਮੈਨੂੰ ਇਹ ਚੀਜ਼ ਤਾਂ ਨਹੀਂ ਹੋ ਗਈ, ਉਹਦਾ ਐਲਰਜੀ ਵਾਲੇ ਪਾਸੇ ਧਿਆਨ ਹੀ ਨਹੀਂ ਜਾਂਦਾ। ਬਿਲਕੁਲ, ਉਹਨੂੰ ਇਹ ਲੱਗਦਾ ਕਿ ਯਾਰ ਵੀ ਮੈਨੂੰ ਖੰਘ ਲੱਗ ਗਈ ਆ, ਮੈਨੂੰ ਲਾਈਕ ਦੇਖੋ ਨੱਕ ਜਾਮ ਹੋ ਗਿਆ, ਹੈ ਨਾ, ਬਲੌਕ ਹੋ ਗਿਆ ਨੱਕ, ਜਾਂ ਛਿੱਕਾਂ ਆ ਰਹੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਨਜ਼ਲਾ, ਤਾਂ ਉਹ ਰਿਲੇਟ ਕਰਨ ਲੱਗ ਜਾਂਦਾ ਉਹਦੇ ਨਾਲ। ਬਿਲਕੁਲ, ਤਾਂ ਉਹ ਫਿਰ ਉਹ ਬੰਦਾ ਉਹ ਕਿਵੇਂ ਆਪਦੇ ਆਪ ਨੂੰ ਲਾਈਕ ਉਹਨੂੰ ਰਾਈਟ ਵੇ ਜਾ ਕੇ ਪਹਿਲਾਂ ਟੈਸਟ ਕਰਾਉਣਾ ਚਾਹੀਦਾ ਕੋਵਿਡ ਦਾ, ਜਾਂ ਵੀ ਉਹਨੂੰ ਪਤਾ ਕਿ ਇਸ ਤਰ੍ਹਾਂ ਉਹਦੇ ਨਾਲ ਪਹਿਲਾਂ ਵੀ ਹੈਪਨ ਹੁੰਦਾ ਰਿਹਾ ਤਾਂ ਉਹ ਜੋ ਵੀ ਟ੍ਰੀਟਮੈਂਟ ਪਹਿਲਾਂ ਕਰਦਾ ਸੀ ਹੁਣ ਕਰ ਲੇ। ਦੇਖੋ, ਜਿਹੜਾ ਰਾਈਨਾਈਟਿਸ ਹੈ ਉਹ 3 ਤਰ੍ਹਾਂ ਦਾ ਹੈ। ਉਹ ਐਕਿਊਟ ਕੰਡੀਸ਼ਨ ਹੋ ਸਕਦੀ ਹੈ, ਕ੍ਰੋਨਿਕ ਕੰਡੀਸ਼ਨ ਹੋ ਸਕਦਾ ਹੈ, ਅਲਰਜਿਕ ਹੋ ਸਕਦਾ ਹੈ। ਜਿਹੜਾ ਐਕਿਊਟ ਕੰਡੀਸ਼ਨ ਹੈ ਉਹ ਕਿਸੇ ਨਾ ਕਿਸੇ ਮਾਈਕਰੋਬੀਅਲ ਕਰਕੇ ਹੁੰਦਾ ਜਾਂ ਵਾਇਰਲ ਜਾਂ ਬੈਕਟੀਰੀਅਲ ਕਰਕੇ ਹੁੰਦਾ ਕਿ ਤੁਹਾਡੀ ਬੋਡੀ ਇਨਸਟੈਂਟ ਰਿਐਕਟ ਕਰਦੀ ਹੈ ਉਹਦੇ ਲਈ। ਜਿਸ ਕਿਸੇ ਨੂੰ ਬਾਰ-ਬਾਰ ਇਦਾਂ ਦਾ ਰਿਐਕਸ਼ਨ ਹੋ ਰਿਹਾ ਹੈ, ਬਾਰ-ਬਾਰ ਉਹਦੀ ਬੋਡੀ ਰਿਸਪੌਂਸ ਕਰਦੀ ਹੈ, ਐਵਰੀ ਟਾਈਮ ਥੋੜਾ ਜਿਹਾ ਵੀ ਹੈ, ਸੀਜ਼ਨਲ ਵੇਰੀਏਸ਼ਨ ਹੋਇਆ ਔਰ ਹਰ ਸੀਜ਼ਨ ਉਹਨੂੰ ਇਹ ਪ੍ਰੋਬਲਮ ਆ ਰਹੀ ਹੈ, ਜਾਂ ਡਸਟ ਤੋਂ ਬਾਹਰ ਜਾਂਦੇ ਆ, ਡਸਟ ਤੋਂ ਹੋ ਜਾਏ, ਕਿਸੇ ਵੀ ਸਪੈਸੀਫਿਕ ਪੋਲਨ ਤੋਂ ਐਲਰਜੀ ਹੋ ਰਹੀ ਹੈ, ਤਾਂ ਇਹਦਾ ਮਤਲਬ ਉਹਨਾਂ ਦੀ ਬੋਡੀ ਦਾ ਐਲਰਜਿਕ ਰਿਐਕਸ਼ਨ ਹੈ ਉਹਦੇ ਅਗੇਂਸਟ, ਤਾਂ ਉਹ ਐਲਰਜਿਕ ਹੈ। ਔਰ ਜਦੋਂ ਇਹ ਕਾਂਸਟੈਂਟ ਚੱਲਦਾ ਹੀ ਰਹਿੰਦਾ ਹੈ, ਕਾਫੀ ਦੇਰ ਤੱਕ ਇਹ ਚੱਲਦਾ ਹੀ ਰਹਿੰਦਾ ਹੈ, ਤਾਂ ਉਹ ਕ੍ਰੋਨਿਕ ਕੰਡੀਸ਼ਨ ਹੈ। ਠੀਕ ਹੈ, ਤਾਂ ਇਹ ਰਾਈਨਾਈਟਿਸ ਦੇ ਲਈ ਡਿਫਰੈਂਟ ਹੈ। ਹੁਣ ਜਦੋਂ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ ਕੋਵਿਡ ਦੇ ਵਿੱਚ ਕੀ ਹੈ
ਕਿ ਸਿੰਪਟਮਸ ਇਹਦੇ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਰਿਜ਼ੈਂਬਲ ਕਰਦੇ ਆ, ਲੇਕਿਨ ਜੇ ਤੁਹਾਡੀ ਬਾਡੀ ਦਾ ਇਮਿਊਨ ਪਾਵਰ ਇੰਨਾ ਕੁ ਸਟਰੋਂਗ ਹੈਗਾ ਤਾਂ ਨਾਰਮਲ ਫਲੂ ਜਾਂ ਵਾਇਰਲ ਅਗਰ ਹੁੰਦਾ ਹੈ ਤਾਂ ਵੀ ਬਾਡੀ 2-3 ਦਿਨਾਂ ਦੇ ਵਿੱਚ ਆਪਣੇ ਆਪ ਰਿਕਵਰ ਕਰ ਜਾਂਦੀ ਹੈ। ਕਈ ਵਾਰੀ ਸਿੰਪਟਮ ਦਿੰਦੇ ਨਹੀਂ, ਕਈ ਵਾਰੀ ਸਿੰਪਟਮਸ ਵੀ ਨਹੀਂ ਦਿੰਦੀ, ਔਰ ਕਈ ਵਾਰੀ ਸਿੰਪਟਮਸ ਦਿੰਦੀ ਹੈ ਬਟ ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਆਪਣੇ ਆਪ ਉਹਨੂੰ ਪ੍ਰੋਟੈਕਟ ਕਰਦਾ ਹੈ, ਕਿਉਂਕਿ ਉਹ ਡਿਫੈਂਸਿਵ ਮੈਕੈਨਿਜ਼ਮ ਹੈ ਤੁਹਾਡੀ ਬਾਡੀ ਦਾ। ਤੇ ਜਦੋਂ ਉਹ ਕੰਮ ਕਰਦਾ ਸ਼ੁਰੂ ਕਰਦਾ ਤਾਂ ਉਹ ਤੁਹਾਨੂੰ ਆਪਣੇ ਆਪ ਪ੍ਰੋਟੈਕਟ ਕਰ ਲੈਂਦਾ ਉਸ ਚੀਜ਼ਾਂ ਤੋਂ। ਤੇ ਕੋਵਿਡ-19 ਦੇ ਕੇਸ ਦੇ ਵਿੱਚ ਵੀ ਇਦਾਂ ਹੀ ਹੈ, ਕਿਉਂਕਿ ਉਹ ਇੱਕ ਵਾਇਰਲ ਇਨਫੈਕਸ਼ਨ ਹੈ। ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਅਗਰ ਸਟਰੋਂਗ ਹੈਗਾ ਤਾਂ ਹੋ ਸਕਦਾ ਤੁਹਾਨੂੰ ਸਿੰਪਟਮਸ ਵੀ ਨਾ ਦੇਵੇ, ਔਰ ਤੁਸੀਂ ਏਸਿਮਟੋਮੈਟਿਕ ਰਹੋ, ਕੋਈ ਤੁਹਾਨੂੰ ਪਤਾ ਵੀ ਨਹੀਂ ਕਿ ਕੋਵਿਡ-19 ਨਾਲ ਤੁਸੀਂ ਇਨਫੈਕਟਡ ਹੋਏ ਔਰ ਕਦੋਂ ਤੁਸੀਂ ਰਿਕਵਰ ਕਰ ਗਏ। ਬਟ ਹਾਂ, ਅਗਰ ਤੁਹਾਡੇ ਸਿੰਪਟਮਸ ਇਸ ਤੋਂ ਜ਼ਿਆਦਾ ਹੈਗੇ ਹੈ, ਮਤਲਬ ਹਾਈ ਗ੍ਰੇਡ ਫੀਵਰ ਹੈ ਜਾਂ ਤੁਹਾਨੂੰ ਬਹੁਤ ਜ਼ਿਆਦਾ ਬਰੀਥਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਸਪੈਸ਼ਲੀ ਬਰੀਥਿੰਗ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਤੁਸੀਂ ਸਾਹ ਨਹੀਂ ਲੈ ਪਾ ਰਹੇ, ਤੁਹਾਨੂੰ ਹਾਈ ਗ੍ਰੇਡ ਫੀਵਰ ਹੈ, ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਆਪਣਾ ਐਗਜ਼ਾਮਿਨ ਜ਼ਰੂਰ ਕਰਾਉਣਾ ਚਾਹੀਦਾ, ਆਪਣਾ ਟੈਸਟ ਜ਼ਰੂਰ ਕਰਾਉਣਾ ਚਾਹੀਦਾ। ਆਪਾਂ ਇਹ ਵੀ ਨਾ ਸਮਝਦੇ ਰਹੀਏ ਕਿ ਇਹ ਐਲਰਜੀ ਹੈ। ਬਿਲਕੁਲ ਠੀਕ ਹੈ, ਤੇ ਆਪਾਂ ਹੋ ਸਕਦਾ ਕਿਸੇ ਨੂੰ ਆਪਾਂ ਕਿਸੇ ਕੋਵਿਡ ਪਰਸਨ ਨੂੰ ਆਪਾਂ ਮਿਲ ਕੇ ਆਏ ਹੋਈਏ, ਹਾਂਜੀ, ਤੇ ਆਪਾਂ ਸਮਝਦੇ ਹੋਏ ਕਿ ਐਲਰਜੀ ਹੈ ਤੇ ਉਹ ਲੇਟ ਹੋ ਜਾਈਏ, ਬਿਲਕੁਲ, ਜਾਂ ਕਿਸੇ ਵੀ ਛੋਟੀ ਮੋਟੀ ਐਲਰਜੀ ਨੂੰ ਆਪਾਂ ਕੋਵਿਡ ਨਾ ਸਮਝੀਏ, ਰਾਈਟ? ਬਿਲਕੁਲ। ਇਹ ਸਾਰਾ ਜਿਹੜਾ ਹੈਗਾ ਆਪਾਂ ਚਾਹੁੰਦੇ ਸੀਗੇ ਇਸ ਪ੍ਰੋਗਰਾਮ ਦੇ ਵਿੱਚ ਅਪਾਰਟ ਹੋਵੇ, ਡਿਫਰੈਂਸ਼ੀਏਟ ਹੋਵੇ, ਲੋਕਾਂ ਨੂੰ ਥੋੜੀ ਜਿਹੀ ਸਮਝ ਆ ਜਾਏ ਕਿ ਆਹ ਜਿਹੜਾ ਸਿੰਪਟਮ ਆ ਇਹ ਕੋਵਿਡ ਦਾ ਨਹੀਂ ਹੈਗਾ, ਜਾਂ ਆਹ ਵਾਲਾ ਜਿਹੜਾ ਸਿੰਪਟਮ ਹੈਗਾ ਇਹ ਇਹਦਾ ਅਲਰਜਿਕ ਰਾਈਨਾਈਟਿਸ ਦਾ ਨਹੀਂ ਹੈ। ਕਿਉਂਕਿ ਹਰਪ੍ਰੀਤ ਜੀ, ਜਿਹੜਾ ਅਲਰਜਿਕ ਰਾਈਨਾਈਟਿਸ ਹੈ ਨਾ, ਉਹ ਹਰ ਪਰਸਨ ਦਾ ਡਿਫਰੈਂਟ ਰਿਐਕਸ਼ਨ ਹੁੰਦਾ ਬਾਡੀ ਦੇ ਲਈ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹ ਅਲਰਜਿਕ ਹੈ ਕਿਸੇ ਵੀ ਚੀਜ਼ ਤੋਂ। ਜਿੱਦਾਂ ਦੱਸਿਆ ਤੁਹਾਨੂੰ ਕਿ ਸਵੇਰੇ ਨਹਾ ਕੇ ਆਏ, ਇੱਕਦਮ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ, ਬਾਡੀ ਦਾ ਟੈਂਪਰੇਚਰ ਚੇਂਜ ਹੋਇਆ, ਧੁੱਪ ਤੋਂ ਛਾਂ ਦੇ ਵਿੱਚ ਆਏ ਜਾਂ ਅੰਦਰੋਂ ਤੁਸੀਂ ਏਸੀ ਦੇ ਵਿੱਚੋਂ ਇੱਕਦਮ ਬਾਹਰ ਚਲੇ ਗਏ ਤਾਂ ਤੁਹਾਡੀ ਬਾਡੀ ਨੇ ਰਿਐਕਟ ਕੀਤਾ, ਇੱਕਦਮ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ, ਨੱਕ 'ਚੋਂ ਪਾਣੀ ਆਉਣਾ ਸ਼ੁਰੂ ਹੋ ਗਿਆ, ਅੱਖਾਂ 'ਚ ਪਾਣੀ ਆ ਗਿਆ, ਅੱਖਾਂ 'ਚ ਇਰੀਟੇਸ਼ਨ ਹੋਣੀ ਸ਼ੁਰੂ ਹੋ ਗਈ। ਤਾਂ ਜਦੋਂ, ਕਿਉਂਕਿ ਜਿਹੜੇ ਅਲਰਜਿਕ ਰਾਈਨਾਈਟਿਸ ਨਾਲ ਸਫਰ ਕਰਦੇ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਮੈਨੂੰ ਕਿਹੜੀ ਚੀਜ਼ ਤੋਂ ਪ੍ਰੋਬਲਮ ਕਰਦੇ ਆ, ਕਿਉਂਕਿ ਇਹ ਜਿਹੜਾ ਅਲਰਜੀ ਇੱਕ ਹੈਗਾ ਨਾ, ਉਹ ਐਵਰੀ ਟਾਈਮ ਫਿਰ ਤੁਹਾਡੀ ਬਾਡੀ ਉਸ ਅਲਰਜਨ ਨੂੰ ਰਿਐਕਟ ਕਰਦੀ ਹੈ। ਉਹ ਉਦੋਂ ਤੱਕ ਰਿਐਕਟ ਕਰਦੀ ਰਹੂਗੀ ਜਦੋਂ ਤੱਕ ਤੁਸੀਂ ਰੂਟ ਕਾਜ਼ ਨੂੰ ਟ੍ਰੀਟ ਨਹੀਂ ਕਰੋਗੇ, ਔਰ ਰੂਟ ਕਾਜ਼ ਹੈਗਾ ਤੁਹਾਡਾ ਇਮਿਊਨਿਟੀ, ਲੋ ਇਮਿਊਨਿਟੀ। ਤੁਹਾਡੀ ਬਾਡੀ ਦੀ ਅਗਰ ਲੋ ਇਮਿਊਨਿਟੀ ਰਹੂਗੀ ਤਾਂ ਤੁਸੀਂ ਐਵਰੀ ਟਾਈਮ ਉਸ ਪ੍ਰੋਬਲਮ ਨੂੰ, ਉਸੇ ਸਿੰਪਟਮਸ ਨੂੰ ਬਾਰ-ਬਾਰ ਫੇਸ ਕਰਦੇ ਰਹੋਗੇ, ਕਿਉਂਕਿ ਜਦੋਂ ਹੀ ਤੁਸੀਂ ਉਸ ਅਲਰਜਨ ਦੇ ਕੰਟੈਕਟ 'ਚ ਆਓਗੇ ਤੁਹਾਡੀ ਬਾਡੀ ਨੇ ਰਿਸਪੌਂਸ ਕਰਨਾ ਹੀ ਕਰਨਾ ਹੈ ਉਸ ਚੀਜ਼ ਨੂੰ। ਵੈਸੇ ਕਈ ਵਾਰੀ ਕੱਲੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੇ ਆ ਚੀਜ਼ਾਂ, ਅੱਖਾਂ ਲਾਲ ਹੋ ਜਾਂਦੀਆਂ, ਅੱਖਾਂ 'ਚ ਪਾਣੀ ਆਉਂਦਾ, ਲਾਈਕ ਮੱਚਦੀਆਂ ਅੱਖਾਂ, ਰਾਈਟ? ਕਈ ਵਾਰੀ ਕੰਨਾਂ ਨੂੰ ਅਫੈਕਟ ਕਰਦਾ, ਕੰਨ ਭਾਰੇ ਹੋ ਜਾਂਦੇ ਆ, ਠੀਕ ਹੈ, ਗਲਾ। ਇਹ ਬੇਸਿਕਲੀ ਤਾਂ ਜਿਹੜਾ ਇਹ ਸਾਰਾ ਇੱਕ ਪਾਰਟ ਹੈ, ਇੱਕ ਸਟਰਕਚਰ ਹੈ, ਇਹ ਆਪਸ ਵਿੱਚ ਇਹਨਾਂ ਦਾ ਕੰਬੀਨੇਸ਼ਨ ਹੈ। ਤਾਂ ਪਰ ਕਈ ਵਾਰੀ ਇੱਕ ਚੀਜ਼ ਨੂੰ ਹੀ ਕਈ ਲੋਕਾਂ ਨੂੰ ਬਹੁਤ ਸਾਰੀਆਂ ਸ਼ੱਕਾਂ ਹੁੰਦੀਆਂ, ਨਜ਼ਲਾ ਹੁੰਦਾ, ਪਰ ਉਹਨਾਂ ਨੂੰ ਹੋ ਸਕਦਾ ਅੱਖਾਂ ਦੀ ਪ੍ਰੋਬਲਮ ਨਾ ਹੁੰਦੀ ਹੋਵੇ। ਇਹ ਆਪਸ ਵਿੱਚ ਕਿਵੇਂ ਇਹਨਾਂ ਦਾ ਹੈਗਾ ਕਨੈਕਸ਼ਨ? ਦੇਖੋ ਹਰਪ੍ਰੀਤ ਜੀ, ਇਹ ਸਾਰੀਆਂ ਚੀਜ਼ਾਂ ਜਿਹੜਾ ਹੈਗਾ, ਜਿੱਦਾਂ ਤੁਹਾਡਾ ਅਗਰ ਆਪਾਂ ਰੈਸਪੀਰੇਟਰੀ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਟੂ ਸਟਾਰਟ ਵਿਦ ਇਹ ਨੋਸਟ੍ਰਿਲ ਤੋਂ ਸਟਾਰਟ ਹੁੰਦਾ ਹੈ, ਜਿਹੜੇ ਆਪਣੇ ਨੱਕ ਦੇ ਬਾਹਰ ਜਿਹੜੇ ਛੇਦ ਹੈ, ਉਸ ਤੋਂ ਬਾਅਦ ਆਉਂਦਾ ਆਪਣਾ ਨੇਜ਼ਲ ਪੈਸੇਜ, ਉਸ ਤੋਂ ਬਾਅਦ ਆਪਣਾ ਸਾਰਾ ਜਿਹੜਾ ਰੈਸਪੀਰੇਟਰੀ ਸਿਸਟਮ ਕਨੈਕਟ ਹੋ ਜਾਂਦਾ ਹੈ ਟਿਲ ਆਪਣੇ ਲੰਗਸ ਤੱਕ। ਹੁਣ ਅਗਰ ਇਸ 에ਅਰਵੇ ਪੈਸੇਜ ਦੇ ਵਿੱਚ ਕਿਤੇ ਵੀ ਆਬਸਟ੍ਰਕਸ਼ਨ ਆ ਜਾਊਗੀ, ਕਿਤੇ ਵੀ ਰੁਕਾਵਟ ਆ ਜਾਊਗੀ, ਕਿਉਂਕਿ ਇਹਨਾਂ ਦਾ ਕੰਮ ਕੀ ਹੈ, ਸਾਹ ਅੰਦਰ ਲੈਣਾ, ਸਾਹ ਬਾਹਰ ਛੱਡਣਾ, ਕਿਉਂਕਿ ਆਪਣੀ ਜ਼ਿੰਦਗੀ ਇਹਨਾਂ ਦੇ ਉੱਤੇ ਡਿਪੈਂਡ ਕਰਦੀ ਹੈ। ਤੇ ਅਗਰ ਇਸ ਪੈਸੇਜ ਦੇ ਵਿੱਚ, 에ਅਰ ਪੈਸੇਜ ਦੇ ਵਿੱਚ ਕਿਤੇ ਵੀ ਕੋਈ ਵੀ ਆਬਸਟ੍ਰਕਸ਼ਨ ਆ ਗਈ, ਰੁਕਾਵਟ ਆ ਗਈ, ਯਾਨੀ ਆਪਾਂ ਨੂੰ ਬਰੀਥਿੰਗ ਦੇ ਵਿੱਚ ਪ੍ਰੋਬਲਮ ਆਈ, ਆਪਾਂ ਸਾਹ ਨਹੀਂ ਪ੍ਰੋਪਰ ਵੇ ਨਾਲ ਲੈ ਪਾ ਰਹੇ, ਤਾਂ ਸਾਰੀਆਂ ਚੀਜ਼ਾਂ ਹੀ ਇਫੈਕਟ ਕਰਨਗੀਆਂ। ਹੁਣ ਇਹ ਕੀ ਹੈ, ਡਿਪੈਂਡ ਕਰਦਾ ਹੈ ਕਿ ਤੁਹਾਡੀ ਬਾਡੀ ਦਾ ਕਿਹੜਾ ਪਾਰਟ ਮੇਨਲੀ ਇਫੈਕਟ ਕੀਤਾ ਹੈ। ਹੁਣ ਅਗਰ ਤੁਹਾਡੇ ਨੱਕ ਦੀ ਮਿਊਕਸ ਮੈਂਬਰੇਨ ਇਨਫਲੇਮਡ ਹੋ ਜੂਗੀ ਜਾਂ ਕਿਸੇ ਅਲਰਜਿਕ ਦੇ ਕਰਕੇ ਜਾਂ ਕੋਈ ਵੀ ਵਾਇਰਲ ਬੈਕਟੀਰੀਅਲ ਕਰਕੇ, ਤਾਂ ਆਪਾਂ ਨੂੰ ਅਲਰਜਿਕ ਰਾਈਨਾਈਟਿਸ ਕਹਿ ਦਾਂਗੇ। ਅਗਰ ਉਹੀ ਆਪਣੇ ਜਿਹੜੇ ਸਾਈਨਸ ਹੁੰਦੇ ਆਪਣੀ ਬਾਡੀ ਦੇ ਵਿੱਚ, 에ਅਰ ਕੈਵਿਟੀਜ਼ ਹੁੰਦੀਆਂ ਆਪਣੇ ਸਕਲ ਦੇ ਵਿੱਚ, ਉਹ ਕੀ ਕੰਮ ਕਰਦੀਆਂ, 에ਅਰ ਪੈਸੇਜ ਦਾ ਕੰਮ ਕਰਦੀਆਂ। ਔਰ ਜਦੋਂ ਕੀ ਹੁੰਦਾ ਹੈ ਕਿ ਜਦੋਂ ਮਿਊਕਸ ਮੈਂਬਰੇਨ ਦੀ ਇਨਫਲੇਮੇਸ਼ਨ ਉੱਥੇ ਹੋ ਜੇ ਔਰ ਮਿਊਕਸ ਸਿਕ੍ਰੀਸ਼ਨਸ ਉੱਥੇ ਇਕੱਠੀਆਂ ਹੋਣੀਆਂ ਸ਼ੁਰੂ ਕਰ ਦੇਣੀਆਂ, ਜਦੋਂ ਆਪਾਂ ਬੋਲਦੇ ਆ ਤਾਂ ਆਪਣੀ ਜਿਹੜੀ ਸਾਊਂਡ ਹੈ, ਰੈਜ਼ੋਨੈਂਸ ਉਸ ਕੈਵਿਟੀਜ਼ ਦੇ ਕਰਕੇ ਵੀ ਆਉਂਦੀਆਂ, ਤਾਂ ਕਿਉਂਕਿ ਬਿਨਾ 에ਅਰ ਤੋਂ ਸਾਊਂਡ ਨਹੀਂ ਪ੍ਰੋਡਿਊਸ ਹੋ ਸਕਦੀ। ਹੁਣ ਉਹ ਜਿਹੜੀਆਂ ਕੈਵਿਟੀਜ਼ ਹੈ, ਉੱਥੇ ਅਗਰ ਮਿਊਕਸ ਮੈਂਬਰੇਨ ਇਕੱਠਾ ਹੋਣ ਲੱਗ ਜਾਏ
ਤਾਂ ਆਪਾਂ ਕੀ ਕਹਿੰਦੇ ਆ ਸਾਈਨਸਾਈਟਿਸ ਹੋ ਗਿਆ, ਸਾਈਨਸ ਦੀ ਪ੍ਰੋਬਲਮ ਹੋ ਗਈ। ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਨਜ਼ਲਾ ਹੈਗਾ, ਜਿਹੜਾ ਹੈਗਾ ਬਲਗਮ ਹੈ, ਉਹ ਗਲੇ ਦੇ ਪਿੱਛੇ ਪਾਸੇ ਡਿੱਗਣਾ ਸ਼ੁਰੂ ਹੋ ਜਾਂਦੀ ਹੈ, ਬਾਹਰ ਦੀ ਥਾਂ ਆਉਂਦੀ ਹੈ ਅੰਦਰ ਚ, ਬਾਹਰ ਦੇ ਥਾਂ ਕਿਉਂਕਿ ਰਾਈਨਾਈਟਿਸ ਦੇ ਵਿੱਚ ਇੱਕ ਮੇਜਰ ਡਿਫਰੈਂਸ ਹੈ ਰਾਈਨਾਈਟਿਸ ਔਰ ਸਾਈਨਸਾਈਟਿਸ ਦੇ ਵਿੱਚ, ਕਿ ਰਾਈਨਾਈਟਿਸ ਦੇ ਪੇਸ਼ੈਂਟ ਦਾ ਜਿਹੜਾ ਹੈਗਾ ਉਹ ਰਨਿੰਗ ਨੋਜ਼ ਹੋ ਜਾਂਦਾ ਹੈ, ਬਾਰ-ਬਾਰ ਸਾਰੀ ਚੀਜ਼ਾਂ ਬਾਹਰ ਆਉਣੀਆਂ, ਮਿਊਕਸ ਸਿਕਰੀਸ਼ਨਸ ਹੈ ਉਹ ਬਾਹਰ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਬਟ ਸਾਈਨਸ ਦੇ ਪੇਸ਼ੈਂਟ ਹੈਗੇ ਉਹਨਾਂ ਨੂੰ ਇੰਟਰਨਲ ਡ੍ਰਿਪਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਹੋਰ ਵੀ ਘਾਤਕ ਹੈ ਜੀ। ਪੋਸਟ ਨੇਜ਼ਲ ਡ੍ਰਿਪਿੰਗ ਹੋਣ ਲੱਗ ਜਾਂਦੀ ਹੈ, ਜਿਹੜੀਆਂ ਆਪਣੀਆਂ ਕੈਵਿਟੀਜ਼ ਹੈ ਉੱਥੇ ਸਿਕਰੀਸ਼ਨਸ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਤੁਸੀਂ ਜਦੋਂ ਸਿਕਰੀਸ਼ਨਸ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਫਿਰ ਕੀ ਹੈ, ਅੱਖਾਂ ਦੇ ਅੱਗੇ ਭਾਰੀਪਨ ਆਉਣਾ, ਜਿੱਦਾਂ ਤੁਸੀਂ ਦੱਸਿਆ ਕਿ ਅੱਖਾਂ ਦੇ ਕੋਲੇ ਭਾਰੀਪਨ ਹੋਣਾ ਸ਼ੁਰੂ ਹੋ ਜਾਂਦਾ ਹੈ, ਹੈਡੇਕ, ਬਹੁਤ ਸੀਵੀਅਰ ਹੈਡੇਕ ਹੁੰਦਾ। ਜਿੰਨੇ ਵੀ ਸਾਈਨਸ ਦੇ ਪੇਸ਼ੈਂਟਸ ਹੁੰਦੇ ਆ, ਉਹ ਸਿਰ ਥੱਲੇ ਕਰਦੇ ਆ ਤਾਂ ਉਹਨਾਂ ਨੂੰ ਉਹ ਸਿਰ ਉੱਪਰ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕਿਹੜੀ ਭਾਰੀ ਚੀਜ਼ ਉਹਨਾਂ ਦੇ ਸਿਰ ਦੇ ਉੱਤੇ ਰੱਖ ਦਿੱਤੀ। ਔਰ ਫਿਰ ਜਦੋਂ ਇਦਾਂ ਬਾਰ-ਬਾਰ ਚੱਲਦਾ ਰਹੇ ਔਰ ਸਾਈਨਸ ਹੈ ਤਾਂ ਉਹਦੇ ਨਾਲ ਹੀਅਰਿੰਗ ਵੀ ਪ੍ਰੋਬਲਮ ਆ ਜਾਂਦੀ ਹੈ। ਤੁਸੀਂ ਦੇਖਿਆ ਹੋਊਗਾ ਕਿ ਸਾਊਂਡ ਚੇਂਜ ਹੋ ਜਾਂਦੀ ਹੈ, ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਨਜ਼ਲਾ ਜ਼ੁਕਾਮ ਹੋਵੇ ਤਾਂ ਉਹਦੀ ਆਵਾਜ਼ ਵੀ ਚੇਂਜ ਹੋ ਜਾਂਦੀ ਹੈ ਔਰ ਉਹਨਾਂ ਨੂੰ ਸੁਣਾਈ ਵੀ ਥੋੜਾ ਘੱਟ ਦੇਣ ਲੱਗ ਜਾਂਦਾ ਹੈ, ਕਿਉਂਕਿ ਉਹ ਪੈਸੇਜ ਬਲੌਕ ਹੋਣੇ ਸ਼ੁਰੂ ਹੋ ਜਾਂਦੇ ਆ। ਸਭ ਐਂ ਵੀ ਕਈ ਲੋਕ ਫੀਲ ਕਰਦੇ ਆ ਕਿ ਜਿਵੇਂ ਉਹਨਾਂ ਦੇ ਨੱਕ ਜਾਂ ਕੰਨ 'ਚ ਕੁਝ ਕ੍ਰੋਲ ਕਰ ਰਿਹਾ ਹੁੰਦਾ, ਬੇਸਿਕਲੀ ਹੁੰਦਾ ਨਹੀਂ, ਬਟ ਉਹ ਫੀਲ ਕਰੀ ਜਾਂਦੇ ਆ ਕਿ ਕੁਝ ਹੋ ਰਿਹਾ, ਕੁਝ, ਕਿਉਂਕਿ ਉਹ ਸਿਕਰੀਸ਼ਨਸ ਇਕੱਠੀਆਂ ਹੋ ਰਹੀਆਂ, ਸਾਰੀਆਂ ਚੀਜ਼ਾਂ ਜਿੱਥੇ ਸਿਕਰੀਸ਼ਨਸ ਇਕੱਠੀਆਂ ਹੋ ਗਈਆਂ ਉਹਨਾਂ ਨੇ ਪੈਸੇਜ ਬਲੌਕ ਕਰ ਦਿੱਤਾ। ਪੈਸੇਜ ਬਲੌਕ ਕਰਕੇ ਕੀ ਹੋ ਗਿਆ ਕਿ ਤੁਹਾਨੂੰ ਬਰੀਥ ਨਹੀਂ ਕਰ ਪਾ ਰਹੇ ਜੀ, ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ। ਔਰ ਜਦੋਂ ਸਾਹ ਲੈਣ ਦਾ, ਕਿਉਂਕਿ ਨੱਕ ਹੈ ਜਿਹੜਾ, ਉਹਨੇ ਸਾਹ ਲੈਣ ਤੇ ਛੱਡਣ ਦੇ ਵਿੱਚ ਹੈਲਪ ਕਰਨੀ ਹੈ, ਬਿਲਕੁਲ। ਪਰ ਅਗਰ ਉੱਥੇ ਹੀ ਕੋਈ ਰਸਤਾ ਬਲੌਕ ਹੈ, ਉੱਥੇ ਹੀ ਕੋਈ ਆਬਸਟ੍ਰਕਸ਼ਨ ਹੈ, ਫਿਰ ਕੀ ਕਰਦਾ ਪਰਸਨ ਨੇ, ਬਰੀਥ ਤਾਂ ਕਰਨਾ ਹੀ ਹੈ, ਉਹਨੇ ਉਸ ਚੀਜ਼ ਨੂੰ ਕੰਪਨਸੇਟ ਕਰਨ ਲਈ ਮੂੰਹ ਤੋਂ ਸਾਹ ਲੈਣਾ ਸ਼ੁਰੂ ਕਰ ਦਿੰਦੇ ਆ। ਔਰ ਜਿੱਦਾਂ ਹੀ ਮੂੰਹ ਤੋਂ ਸਾਹ ਲੈਣਾ ਸ਼ੁਰੂ ਕਰ ਦਿੰਦੇ ਆ ਫਿਰ ਡਰਾਈਨੈਸ ਹੋਣਾ ਸ਼ੁਰੂ ਹੋ ਜਾਂਦੀ ਹੈ, ਸੰਗ ਮਚਣਾ ਸ਼ੁਰੂ ਹੋ ਜਾਂਦਾ, ਬਰਨਿੰਗ ਸੈਂਸੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਬਹੁਤ ਜ਼ਿਆਦਾ ਤੁਸੀਂ ਮੂੰਹ ਦੇ ਥਰੂ ਸਾਹ ਲੈ ਰਹੇ ਹੋ ਤਾਂ ਕਿ ਉੱਥੇ ਡਰਾਈਨੈਸ ਹੈ, ਇੰਟਰਨਲ ਵਾਲ ਉੱਥੇ ਉਹ ਡਰਾਈਨੈਸ ਹੋ ਜਾਂਦੀ ਹੈ। ਤਾਂ ਫਿਰ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਕਨੈਕਟਡ ਹੈਗੀਆਂ। ਬਿਲਕੁਲ ਇਹਦਾ ਜਿਹੜੇ ਇਹ ਤੁਸੀਂ ਕਾਰਨ ਹਜੇ ਦੱਸੇ ਹੈਗੇ ਆ, ਇਹਦਾ ਰੀਜ਼ਨ ਕਿਹੜੇ ਹੈਗੇ ਆ, ਤਾਂ ਮੈਂ ਦਰਸ਼ਕਾਂ ਨੂੰ ਫਿਰ ਇੱਕ ਵਾਰੀ ਸਾਂਝ ਪਾ ਲਾਂ। ਜਿਹੜਾ ਅਲਰਜਿਕ ਰਾਈਨਾਈਟਿਸ ਹੈਗਾ, ਕੋਵਿਡ ਨਾਲੋਂ ਇਹਦੇ ਥੋੜੇ ਜਿਹੇ ਵੱਖਰੇ ਸਿੰਪਟਮ ਹੈਗੇ ਆ, ਪਰ ਭੁਲੇਖੇ 'ਚ ਨਹੀਂ ਰਹਿਣਾ। ਕਈ ਵਾਰੀ ਆਪਾਂ ਇਹਨੂੰ ਕੋਈ ਸੀਜ਼ਨਲ ਅਲਰਜੀ ਸਮਝ ਕੇ ਬੈਠੇ ਰਹੀਏ, ਹੋ ਸਕਦਾ ਕਿ ਆਪਾਂ ਨੂੰ ਕੋਈ ਪ੍ਰੋਬਲਮ ਹੋਰ ਹੋਵੇ। ਕੈਨੇਡੀਅਨ ਗੌਰਮੈਂਟ ਨੇ ਬਹੁਤ ਜ਼ਿਆਦਾ ਟੈਸਟਿੰਗ ਵਧਾਈ ਹੋਈ ਹੈ। ਤੁਹਾਨੂੰ ਕੋਈ ਵੀ ਸਿੰਪਟਮ ਹੈ ਜਾਂ ਨਹੀਂ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਵਿਡ ਦਾ ਟੈਸਟ ਕਰਵਾ ਲੈਣਾ ਚਾਹੀਦਾ ਤਾਂ ਤੁਸੀਂ ਉਹ ਕਰਵਾ ਲਓ। ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਇਕੱਠ ਵਿੱਚ ਚਲੇ ਗਏ ਹੋ, ਤੁਹਾਨੂੰ ਹੋ ਸਕਦਾ ਕਿ ਤੁਹਾਨੂੰ ਇੱਕ ਡਰ ਹੈ, ਵਹਿਮ ਹੈ ਕਿ ਹੋ ਸਕਦਾ ਕਿ ਮੈਨੂੰ ਇਹ ਪ੍ਰੋਬਲਮ ਕੋਵਿਡ ਦੇ ਨਾਲ ਕੋਈ ਆ ਸਕਦੀ ਹੈ, ਕੋਈ ਸਿੰਪਟਮ ਆ ਸਕਦਾ, ਤਾਂ ਰਾਈਟ ਵੇ ਤੁਸੀਂ ਜਾ ਕੇ ਆਪਣਾ ਟੈਸਟ ਕਰਵਾਓ। ਉਹਦੀ ਕੋਈ ਫੀਸ ਨਹੀਂ। ਹੁਣ ਤਾਂ ਇੰਨੇ ਕੁ ਸੈਂਟਰ ਖੋਲ੍ਹਤੇ, ਜੇ ਤੁਸੀਂ ਗੂਗਲ ਕਰੋਗੇ ਹੋ ਸਕਦਾ ਤੁਹਾਡੇ ਘਰ ਦੇ ਨੇੜੇ ਤੇੜੇ, ਤੁਹਾਡੇ ਨੇਬਰਹੁੱਡ ਦੇ ਵਿੱਚ ਹੀ ਕੋਈ ਮੋਬਾਈਲ ਟੈਸਟਿੰਗ ਕੋਈ ਉੱਥੇ ਕੇਅਰਿੰਗ ਸੈਂਟਰ ਹੋਵੇ, ਤੁਸੀਂ ਜਾ ਕੇ ਉੱਥੇ ਆਪਣਾ ਟੈਸਟ ਕਰਵਾ ਸਕਦੇ ਹੋ। ਹੁਣ ਜੇ ਕਿਸੇ ਨੂੰ ਕੋਈ ਇਹ ਪ੍ਰੋਬਲਮਸ, ਪਹਿਲਾਂ ਕੋਈ ਅਲਰਜਿਕ ਪ੍ਰੋਬਲਮਸ ਹੈਗੀਆਂ, ਆਲਰੇਡੀ ਸੀਗੀਆਂ, ਪਿਛਲੇ ਸਾਲ ਵੀ ਸੀਗੀਆਂ, ਹੁਣ ਵੀ ਹੈਗੀਆਂ ਜਾਂ ਟਾਈਮ ਤੋਂ ਚਲਦੀਆਂ ਆਉਂਦੀਆਂ, ਤਾਂ ਉਹ ਜੇ ਸਿੰਪਟਮ ਤੁਹਾਡੇ ਬਿਲਕੁਲ ਹੀ ਸਿਮਿਲਰ ਆ ਉਹਦੇ ਨਾਲ, ਤਾਂ ਫਿਰ ਕੋਈ ਬੜਾ ਡਰਨ ਦੀ ਲੋੜ ਵੀ ਨਹੀਂ ਹੈਗੀ। ਆਮ ਤੌਰ 'ਤੇ ਬਹੁਤ ਸਾਰੇ ਲੋਕ ਜਦੋਂ ਕਿਸੇ ਵੀ ਡਿਫਰੈਂਟ এনवायरमेंट ਜਾਂਦੇ ਆ, ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਅਲਰਜੀ ਜਿਹੜੀਆਂ ਹੈਗੀਆਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ, ਅਲੱਗ-ਅਲੱਗ ਬੋਡੀ 'ਤੇ ਅਲੱਗ-ਅਲੱਗ ਤਰੀਕੇ ਨਾਲ ਅਸਰ ਪਾਉਂਦੀਆਂ। ਹੋ ਸਕਦਾ ਕਿਸੇ ਨੂੰ ਕਿਸੇ ਚੀਜ਼ ਦੀ ਅਲਰਜੀ ਹੋਵੇ, ਹੋ ਸਕਦਾ ਕਿਸੇ ਨੂੰ ਕਿਸੇ ਚੀਜ਼ ਦੀ ਹੋਵੇ। ਹੁਣ ਬਹੁਤ ਸਾਰੇ ਲੋਕ ਆਪਣੇ ਇੱਥੇ ਕਾਮਨ ਹੈਗਾ ਕਿ ਆਪਾਂ ਪੈਟਸ ਵਗੈਰਾ ਰੱਖਦੇ ਹਾਂ, ਚਾਹੇ ਬਿੱਲੀ ਹੈ, ਚਾਹੇ ਕੋਈ ਡੌਗ ਹੈ, ਰਾਈਟ। ਤਾਂ ਜਿਹੜੇ ਉਹ ਫੈਮਿਲੀ ਮੈਂਬਰ ਹੈ, ਜਿਹੜੇ ਉਹ ਪੈਟ ਨੂੰ ਕੀਪ ਕਰਦੇ ਆ, ਉਹਨਾਂ ਨੂੰ ਕਈ ਵਾਰੀ ਨਹੀਂ ਕੋਈ ਦਿੱਕਤ ਹੁੰਦੀ ਹੈ ਨਾ, ਤਾਂ ਉਹ ਕਈ ਵਾਰੀ ਜਿਹੜਾ ਉਹਨਾਂ ਦੀ ਸਕਿਨ, ਡੈਡ ਸਕਿਨ ਹੁੰਦੀ ਹੈ, ਉਹ ਵੀ ਐਲਰਜੀ ਪ੍ਰੋਡਿਊਸ ਕਰਦੀ। ਹੋ ਸਕਦਾ ਉਸ ਫੈਮਿਲੀ ਲਈ ਨਾ ਕਰਦੀ ਹੋਵੇ, ਪਰ ਉਹਨਾਂ ਨੂੰ ਜੇ ਕੋਈ ਵਿਜ਼ਿਟ ਕਰਨ ਆਇਆ ਬਾਈ ਚਾਂਸ, ਠੀਕ ਹੈ, ਉਹਨੂੰ ਉਹ ਕੋਈ ਐਲਰਜੀ ਉਹਨੂੰ ਮਿਲ ਸਕਦੀ ਹੈ ਉੱਥੋਂ। ਤਾਂ ਹੁਣ ਬਾਈ ਚਾਂਸ ਕਿਸੇ ਦੇ ਘਰੇ ਮੰਨ ਲਓ ਮੈਨੂੰ ਐਲਰਜੀ ਆ ਕਿਸੇ ਪੈਟਸ ਤੋਂ, ਡੌਗ ਤੋਂ ਜਾਂ ਕੈਟ ਤੋਂ ਜਾਂ ਕਿਸੇ ਹੋਰ ਚੀਜ਼ ਤੋਂ, ਹੁਣ ਮੈਂ ਕਿਸੇ ਦੇ ਘਰੇ ਵਿਜ਼ਿਟ ਕਰਦਾ, ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਕੋਈ ਡੌਗ ਵਗੈਰਾ ਹੈ ਜਾਂ ਹੈ ਨਾ, ਤਾਂ ਚਲਾ ਜਾਂਦਾ ਉੱਥੇ ਜਾ ਕੇ ਮੈਂ ਸਿੱਕ ਹੋ ਜਾਂਦਾ। ਤਾਂ ਉਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਹਿਲਾਂ ਪਤਾ ਹੁੰਦੀਆਂ ਕਿ ਇਸ ਥਾਂ ਤੋਂ, ਇਸ ਚੀਜ਼ ਤੋਂ, ਇਸ ਕਰਕੇ ਮੈਨੂੰ ਇਹ ਦਿੱਕਤ ਆਉਂਦੀ ਹੈ, ਤਾਂ ਟਰਾਈ ਇਹ ਕਰੋ ਕਿ ਜਦੋਂ ਵੀ ਤੁਸੀਂ ਕਿਤੇ ਵਿਜ਼ਿਟ ਕਰਨਾ, ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਇਸ ਤਰ੍ਹਾਂ ਦਾ ਕੋਈ ਪੈਟ ਤਾਂ ਨਹੀਂ ਹੈਗਾ, ਜਾਂ ਕੋਈ ਉਸ ਤਰ੍ਹਾਂ ਦਾ এনवायरमेंट ਤਾਂ ਨਹੀਂ ਉੱਥੇ ਹੈਗਾ। ਬਹੁਤ ਸਾਰੇ ਲੋਕਾਂ ਨੂੰ ਕਾਰਪੇਟ ਤੋਂ ਬੜੀ ਐਲਰਜੀ ਹੁੰਦੀ ਹੈ,
ਕਿਉਂਕਿ ਜਿਹੜੀ ਫਾਈਨ ਡਸਟ ਆ ਉਹ ਤੋਂ ਅਲਰਜੀ ਹੋ ਜਾਂਦੀ ਆ। ਕਈ ਵਾਰ ਕੁਝ ਇੱਕ ਵੈਜੀਟੇਬਲਸ ਆਪਾਂ ਗਾਰਡਨ ਦੇ ਵਿੱਚ ਮਗਰ ਉਗਾਈਆਂ ਹੁੰਦੀਆਂ, ਤਾਂ ਆਪਾਂ ਕੋਈ ਛੋਟੀ ਮੋਟੀ ਪਾਰਟੀ ਰੱਖਦੇ ਨੇ, ਬੈਕਯਾਰਡ ਦੇ ਵਿੱਚ ਬੈਠੇ ਆ, ਉੱਥੋਂ ਉਸ ਚੀਜ਼ ਕਰਕੇ ਵੀ ਤੁਹਾਨੂੰ ਅਲਰਜੀ ਹੋ ਸਕਦੀ ਹੈ। ਅਲਰਜੀ ਹੋਣ ਦੇ ਹਜ਼ਾਰਾਂ ਤਰ੍ਹਾਂ ਦੇ ਕਾਰਨ ਹੋ ਸਕਦੇ ਆ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਆਪਾਂ ਨੂੰ ਜ਼ਿਆਦਾ ਅਫੈਕਟ ਕਰਦੀ ਆ, ਤਾਂ ਉਹਨੂੰ ਧਿਆਨ 'ਚ ਰੱਖ ਕੇ, ਠੀਕ ਹੈ, ਤਾਂ ਜਿੱਥੇ ਵੀ ਤੁਸੀਂ ਜਾਣਾ ਹੁੰਦਾ ਮਾੜਾ ਜਿਹਾ ਆਈਡੀਆ ਲੈ ਲਈਦਾ ਕਿ ਵੀ ਮੈਂ ਇਸ ਚੀਜ਼ ਕਰਕੇ ਮੈਨੂੰ ਪਰੇਸ਼ਾਨੀ ਹੈਗੀ ਹੈ, ਤੁਹਾਡੇ ਇਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਹੈਗੀ। ਤਾਂ ਫਿਰ ਜੇਕਰ ਇਸ ਤਰ੍ਹਾਂ ਹੈ ਤਾਂ ਫਿਰ ਆਪਦਾ ਇਲਾਜ, ਆਪਦੀ ਕੋਈ ਗੋਲੀ, ਆਪਦਾ ਕੋਈ ਦਵਾਈ, ਜਿਹੜੀ ਵੀ ਚੀਜ਼ ਤੁਸੀਂ ਖਾ ਕੇ ਠੀਕ ਹੁੰਦੇ ਹੋ ਉਹ ਪਹਿਲਾਂ ਖਾ ਲਓ ਜਾਂ ਨਾਲ ਕੈਰੀ ਕਰ ਲਓ, ਤਾਂ ਜੋ ਇਹ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਟੌਪਿਕ ਬਹੁਤ ਸੋਹਣਾ ਹੈਗਾ। ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ, ਇਹਦੇ ਕਾਰਨ ਲੱਭਾਂਗੇ ਥੋੜ੍ਹੇ ਜਿਹੇ ਕਾਰਨ, ਤੋਂ ਉਸ ਤੋਂ ਬਾਅਦ ਫਿਰ ਆਪਾਂ ਟ੍ਰੀਟਮੈਂਟ ਵੱਲ ਆਵਾਂਗੇ ਕਿ ਕਿਹੜੇ ਘਰੇਲੂ ਉਪਚਾਰ ਹੈਗੇ ਆ ਜਿਹਦੇ ਨਾਲ ਇਸ ਚੀਜ਼ ਤੋਂ ਬਚਿਆ ਜਾ ਸਕਦਾ। ਬੇਸਿਕਲੀ ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਆਪਾਂ 1-2 ਮਿੰਟ ਦੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਸਾਂਝ ਪਾਵਾਂਗੇ ਡਾਕਟਰ ਸਾਹਿਬ ਨਾਲ, ਤੇ ਮੈਂ ਉਸ ਤੋਂ ਬਾਅਦ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਡਾਕਟਰ ਸਾਹਿਬ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ, ਤਾਂ ਜੋ ਤੁਸੀਂ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਕਿਸ ਹੈਲਥ ਸੰਬੰਧੀ ਕੋਈ ਜਾਣਕਾਰੀ ਤੁਸੀਂ ਲੈਣੀ ਆ, ਤਾਂ ਬਾਅਦ ਵਿੱਚ ਤੁਸੀਂ ਡਾਕਟਰ ਸਾਹਿਬ ਨਾਲ ਫੋਨ ਤੇ ਉਹ ਆਪਣੀ ਜਿਹੜੀ ਪ੍ਰੋਬਲਮ ਆ ਸਾਂਝੀ ਕਰ ਸਕਦੇ ਹੋ। ਡਾਕਟਰ ਸਾਹਿਬ ਬਹੁਤ ਪਿਆਰ ਨਾਲ ਸਾਰੀਆਂ ਗੱਲਾਂ ਤੁਹਾਨੂੰ ਸਮਝਾਉਂਦੇ ਨੇ। ਫਿਰ ਜੇਕਰ ਉਹਨਾਂ ਨੂੰ ਤੁਸੀਂ ਪਰਸਨਲ ਮਿਲਣਾ, ਤਾਂ ਇਹ ਹੁਣ ਇਹਨਾਂ ਨੇ ਮਿਲਣਾ ਵੀ ਸ਼ੁਰੂ ਕਰ ਦਿੱਤਾ, ਤਾਂ ਉਹ ਵੀ ਤੁਸੀਂ ਕੋਈ ਅਪਾਇੰਟਮੈਂਟ ਬੁੱਕ ਕਰਾ ਕੇ ਇਹਨਾਂ ਨਾਲ ਬਾਅਦ 'ਚ ਮਿਲ ਸਕਦੇ ਹੋ। ਮੈਂ ਨੰਬਰ ਪ੍ਰੋਗਰਾਮ ਦਾ ਦੂਜੇ ਹਿੱਸੇ ਦੇ ਵਿੱਚ ਦਊਂਗਾ। 1-2 ਮਿੰਟ ਦੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਵਿਜ਼ਨ ਪੰਜਾਬ ਦੇ ਇਸ ਮੰਚ ਤੇ, ਇਸ ਬਹੁਤ ਹੀ ਵਧੀਆ ਚੈਨਲ ਤੇ, ਜਿੱਥੇ ਹਮੇਸ਼ਾ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਅਸੀਂ ਪੇਸ਼ ਕਰਦੇ ਹਾਂ। ਅੱਜ ਗੱਲਬਾਤ ਹੋ ਰਹੀ ਹੈ ਡਾਕਟਰ ਮੰਜੂ ਸੇਤੀਆ ਜੀ ਨਾਲ ਅਲਰਜਿਕ ਰਾਈਨਾਈਟਿਸ ਤੇ। ਨੱਕ ਦੀਆਂ ਸਮੱਸਿਆਵਾਂ, ਨੱਕ ਦੀਆਂ ਜਿਹੜੀਆਂ ਅਲਰਜੀ ਦੇ ਨਾਲ ਜਿਹੜੀਆਂ ਸਮੱਸਿਆਵਾਂ, ਉਹਨਾਂ ਦੀ ਗੱਲਬਾਤ ਹੋ ਰਹੀ ਹੈ। ਡਾਕਟਰ ਸਾਹਿਬ ਨੇ ਪਹਿਲਾਂ ਕਾਰਨ ਦੱਸੇ ਸੀ ਵੀ ਪਹਿਲਾਂ ਤਾਂ ਹੁੰਦਾ ਕਿਸ ਕਰਕੇ ਹੈ, ਤਾਂ ਜਿਹੜਾ ਮੇਨ ਡਾਕਟਰ ਸਾਹਿਬ ਵਿੱਚ ਗੱਲ ਕਰ ਰਹੇ ਸੀਗੇ ਕਿ ਇਮਿਊਨ ਸਿਸਟਮ ਦੇ ਨਾਲ ਇਹ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ। ਇਮਿਊਨ ਸਿਸਟਮ ਦੇ ਅਸੀਂ ਲਗਭਗ ਹਰ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਕੁਛ ਨਾ ਕੁਛ ਐਡ ਕਰਕੇ ਜਾਂਦੇ ਹਾਂ ਵੀ ਇਮਿਊਨਿਟੀ ਨੂੰ ਕਿਵੇਂ ਇਨਕਰੀਜ਼ ਕੀਤਾ ਜਾਂਦਾ। ਅੱਜ ਫਿਰ ਹੁਣ ਜੇ ਇਸ ਹਾਫ ਦੇ ਵਿੱਚ ਆਪਾਂ ਇਮਿਊਨਿਟੀ ਦੇ ਉੱਪਰ ਵੀ ਗੱਲਾਂ ਬਾਤਾਂ ਕਰਾਂਗੇ, ਤਾਂ ਇੱਕ ਇਸ ਚੀਜ਼ ਦੇ ਜਿਹੜੇ ਕੀ ਮੇਨ ਇਲਾਜ ਹੋ ਸਕਦੇ ਆ। ਤਾਂ ਇਮਿਊਨ ਸਿਸਟਮ ਨੂੰ ਕਦੇ ਸਟਰੋਂਗ ਕਰਨ ਲਈ ਤਾਂ ਟਾਈਮ ਲੱਗ ਜਾਂਦਾ, ਪਰ ਜੇਕਰ ਇਮੀਡੀਏਟ ਕਿਸੇ ਨੂੰ ਬਹੁਤ ਸਾਰੀਆਂ ਛਿੱਕਾਂ ਆ ਰਹੀਆਂ, ਨੱਕ ਵਗ ਰਿਹਾ ਜਾਂਦਾ, ਜਲੰਧਰ ਡਿੱਗ ਰਿਹਾ, ਜਾਂ ਕੰਨ ਭਾਰੇ ਹੈਗੇ ਆ, ਜਾਂ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ, ਤਾਂ ਇਮੀਡੀਏਟ ਕੀ ਉਪਚਾਰ ਹੋ ਸਕਦੇ ਆ ਆਯੁਰਵੇਦ ਦੇ ਥਰੂ, ਉਹ ਆਪਾਂ ਗੱਲਾਂ ਬਾਤਾਂ ਕਰਾਂਗੇ। ਡਾਕਟਰ ਸਾਹਿਬ ਕਾਰਨ ਲੱਭ ਲਏ ਆਪਾਂ, ਡਸਟ ਤੋਂ ਹੋ ਗਿਆ, ਪੋਲਨ ਤੋਂ ਹੋ ਗਿਆ, ਕਿਸੇ ਪਰਟੀਕੂਲਰ ਘਾਹ ਤੋਂ ਹੋ ਗਿਆ, ਪੇਟਸ ਤੋਂ ਹੋ ਗਿਆ, ਕਾਰਪੇਟ ਤੋਂ ਹੋ ਗਿਆ, ਫਾਈਨ ਡਸਟ ਤੋਂ ਹੋ ਗਿਆ, ਹਨਾ। ਤਾਂ ਇਹ ਜਿਹੜੀਆਂ ਚੀਜ਼ਾਂ ਕਈ ਵਾਰੀ ਆਪਣਾ ਵੀਕ ਇਮਿਊਨ ਸਿਸਟਮ ਹੈਗਾ ਉਹਨੂੰ ਨਹੀਂ ਆਪਣਾ ਲੈ ਪੈਂਦਾ ਸਹਿੰਦਾ, ਤਾਂ ਫਿਰ ਇੱਕੋ ਦਮ ਰਿਐਕਟ ਕਰਦਾ ਉਹ। ਠੀਕ ਹੈ, ਕਿਸੇ ਨੂੰ 15, 20, 25, 30 ਇੱਕੋ ਦਮ ਹੀ ਛਿੱਕਾਂ ਆ ਜਾਂਦੀਆਂ, ਨੱਕ ਵਗਦਾ ਹੀ ਰਹਿੰਦਾ, ਰਾਈਟ। ਤੇ ਮਤਲਬ ਉਹਨਾਂ ਨੂੰ ਹੱਥ ਵਿੱਚ ਕੋਈ ਕਲੀਨਿਕਸ, ਕੋਈ ਪੇਪਰ ਰੱਖਣਾ ਹੀ ਪੈਂਦਾ, ਰਾਈਟ। ਅੱਖਾਂ ਦੇ ਵਿੱਚੋਂ ਪਾਣੀ ਆਉਂਦਾ, ਨਾ ਉਹ ਸੌਣ ਨੂੰ ਜੀ ਕਰਦਾ, ਨਾ ਉਹ ਉੱਠ ਸਕਦੇ ਆ। ਤਾਂ ਬੜੀ ਇੱਕ ਮਤਲਬ ਟਫ ਜੀ ਸਿਚੁਏਸ਼ਨ ਚ ਇਨਸਾਨ ਹੁੰਦਾ, ਜਿਵੇਂ ਤੁਸੀਂ ਦੱਸਿਆ, ਰਾਈਟ। ਇਹ ਬਹੁਤ ਪਰੇਸ਼ਾਨ ਕਰਨ ਵਾਲੀ, ਕਿਉਂਕਿ ਮੈਂ ਜਿੱਦਾਂ ਆਪਾਂ ਗੱਲ ਕੀਤੀ ਕਿ ਬੁਖਾਰ ਤਾਂ ਹੋਇਆ ਤਾਂ ਤੁਸੀਂ ਬੁਖਾਰ ਦੀ ਗੋਲੀ ਲੈ ਕੇ ਕੰਮ ਕਰ ਸਕਦੇ ਹੋ, ਬਟ ਅਗਰ ਤੁਹਾਨੂੰ ਰਾਈਨਾਈਟਿਸ ਹੈ, ਤੁਹਾਨੂੰ ਤੁਹਾਡਾ ਰਨਿੰਗ ਨੋਜ਼ ਹੈ, ਹੈਡੇਕ ਹੈ, ਤਾਂ ਤੁਸੀਂ ਤੁਹਾਡੀ ਡੇ ਟੂ ਡੇ ਜਿਹੜੀ ਐਕਟੀਵਿਟੀਜ਼ ਹੈ ਉਹ ਵੀ ਹੈਂਪਰ ਹੋ ਜਾਂਦੀਆਂ ਡਾਕਟਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਇੱਕ ਜਿਹੜਾ ਕੁਇਕ ਇਲਾਜ, ਜੇ ਆਪਾਂ ਕਹੀਏ ਕਿ ਅੱਜ ਕੋਈ ਬੰਦਾ ਹੁਣ ਆਪਣਾ ਪ੍ਰੋਗਰਾਮ ਦੇਖ ਰਿਹਾ ਤੇ ਉਹ ਪਰੇਸ਼ਾਨ ਆ, ਉਹ ਹੁਣੇ ਕੀ ਕਰੇ ਜਿਹਦੇ ਨਾਲ ਉਹਨੂੰ ਥੋੜਾ ਜਿਹਾ ਰਿਲੀਫ ਮਿਲ ਜੇ? ਦੇਖੋ ਹਰਪ੍ਰੀਤ ਜੀ, ਕੁਇਕ ਦਾ ਕੁਝ ਵੀ ਨਹੀਂ ਹੈ। ਜਿਹੜੀ ਅਲਰਜਿਕ ਰਾਈਨਾਈਟਿਸ ਹੈ ਨਾ, ਉਹ ਸਪੈਸੀਫਿਕਲੀ ਤੁਹਾਡਾ ਬੋਡੀ ਦਾ ਇਮਿਊਨ ਸਿਸਟਮ ਜਦੋਂ ਲੋ ਹੋ ਜਾਂਦਾ, ਔਰ ਉਹ ਇੱਕ ਦਿਨ ਦੇ ਵਿੱਚ ਨਹੀਂ ਹੁੰਦਾ, ਸਲੋਲੀ ਤੁਹਾਡੀ ਬੋਡੀ ਨੂੰ ਜਦੋਂ ਆਪਾਂ ਹਰਬਸ ਦੇ ਨਾਲ ਜਾਂ ਤੁਹਾਨੂੰ ਜਿਹੜੀ ਅਸੀਂ ਹੋਮ ਰੈਮੇਡੀਜ਼ ਦੱਸਦੇ ਹਾਂ ਉਹਨਾਂ ਦੇ ਨਾਲ ਜਦੋਂ ਤੁਸੀਂ ਉਹਨਾਂ ਨੂੰ ਰੈਗੂਲਰ ਯੂਜ਼ ਕਰਦੇ ਹੋ, ਤਾਂ ਤੁਹਾਡੀ ਬੋਡੀ ਦਾ ਇਮਿਊਨ ਸਿਸਟਮ ਇੰਨਾ ਕੁ ਵਧੀਆ ਬਿਲਡਅਪ ਹੋ ਜਾਂਦਾ ਹੈ ਕਿ ਜਿਹੜਾ ਤੁਹਾਡੀ ਬੋਡੀ ਬਾਰ-ਬਾਰ ਹਾਈਪਰ ਸੈਂਸਿਟਿਵਲੀ ਉਹਨੂੰ ਰਿਐਕਟ ਕਰਦੀ ਹੈ ਉਸ ਅਲਰਜਨ ਦੇ ਅਗੇਂਸਟ, ਉਹ ਫਿਰ ਨਹੀਂ ਕਰਨ ਦੀ।
ਉਹ ਫਿਰ ਉਹਨੂੰ ਉਸ ਚੀਜ਼ਾਂ ਨੂੰ ਬਰਦਾਸ਼ਤ ਕਰਨ ਦੀ ਪਾਵਰ ਡਿਵੈਲਪ ਜਾਂਦੀ ਹੈ। ਪੱਕਾ ਇਲਾਜ ਹੋ ਗਿਆ ਜੀ, ਉਹ ਪੱਕਾ ਇਲਾਜ ਹੋ ਗਿਆ। ਚ ਆਪਾਂ ਜ਼ਿਕਰ ਕਰਾਂਗੇ, ਤੁਸੀਂ ਦੱਸੋਗੇ ਰਾਈਟ। ਹਾਂਜੀ, ਬਿਲਕੁਲ। ਇੱਕ ਜਿਵੇਂ ਹੁਣ ਅੱਜ ਟਿਸ਼ੂ ਪੇਪਰ ਹੱਥ 'ਚ ਫੜਿਆ ਹੋਇਆ ਕਿਸੇ ਦੇ, ਹਾਂਜੀ, ਤਾਂ ਉਹਨੂੰ ਨੱਕ ਦੇ ਵਿੱਚ ਕੀ ਪਾਉਣਾ ਚਾਹੀਦਾ ਹੈ ਜੇ ਆਯੁਰਵੇਦ ਕੋ? ਕਈ ਕਹਿੰਦੇ ਹਨੀ ਪਾ ਲੈਣਾ ਚਾਹੀਦਾ, ਕੋਈ ਕਹਿੰਦੇ ਦੇਸੀ ਘਿਓ ਪਾ ਲੈਣਾ ਚਾਹੀਦਾ। ਨਹੀਂ, ਮੈਂ ਆਪਾਂ ਸਾਰਾ ਦੱਸਾਂਗੇ ਕਿ ਹੁਣ ਕਿੱਦਾਂ ਕੀ ਕਰਨਾ ਚਾਹੀਦਾ ਹੈ। ਸਭ ਤੋਂ ਬੈਸਟ ਹੈਗਾ ਕਿ ਜਦੋਂ ਇਦਾਂ ਦੀ ਪ੍ਰੋਬਲਮ ਹੋਵੇ, ਬਹੁਤ ਜ਼ਿਆਦਾ ਹੋਵੇ, ਤਾਂ ਇਹਦੇ ਵਿੱਚ ਨਾ ਜਿਹੜਾ ਅਦਰਕ ਦਾ ਪਾਊਡਰ ਹੈ ਬਹੁਤ ਵਧੀਆ ਕੰਮ ਕਰਦਾ ਹੈ। ਉਹਨੂੰ ਉਬਾਲ ਕੇ ਉਹਦੀ ਜਿੰਜਰ ਟੀ ਪੀਣੀ ਚਾਹੀਦੀ ਹੈ, ਬਹੁਤ ਵਧੀਆ ਰਿਲੀਫ ਦਿੰਦਾ, ਇੱਕਦਮ ਇਨਸਟੈਂਟ ਰਿਲੀਫ ਦਿੰਦਾ ਆਪਾਂ ਨੂੰ। ਠੀਕ ਹੈ ਜੀ। ਤੇ ਅਗਰ ਨੱਕ ਦੇ ਵਿੱਚ ਜਿਹੜਾ ਹੈਗਾ ਉਹ ਦੇਸੀ ਘਿਓ ਪਾਉਣਾ ਚਾਹੀਦਾ ਹੈ। ਦੇਸੀ ਘਿਓ? ਹਾਂਜੀ, ਦੇਸੀ ਘਿਓ। ਰਾਤ ਨੂੰ ਸੌਣ ਲੱਗੇ ਹਲਕੀ ਜੀ ਮਸਾਜ ਕਰਕੇ ਨੱਕ ਦੀ ਥੋੜਾ ਸਟੀਮ ਲੈ ਸਕਦੇ ਹੋ। ਸਟੀਮ ਦੇ ਲਈ ਤੁਸੀਂ ਸਟੀਮ ਦੇ ਵਿੱਚ ਪੈਪਰਮਿੰਟ ਵੀ ਪਾ ਸਕਦੇ ਹੋ, ਪੁਦੀਨੇ ਦੇ ਪੱਤੇ ਪਾ ਲਓ। ਅਗਰ ਕੁਝ ਵੀ ਨਹੀਂ ਹੈਗਾ ਤਾਂ ਪਾਣੀ ਦੇ ਵਿੱਚ ਪੁਦੀਨੇ ਦੇ ਪੱਤੇ ਤੇ ਥੋੜੀ ਜੀ ਅਦਰਕ ਪਾ ਲਓ, ਉਹਨੂੰ ਸਟੀਮ ਲੈ ਲਓ, ਉਹਦੀ ਸਟੀਮ ਲੈ ਲਓ ਤੇ ਨੱਕ ਦੇ ਵਿੱਚ ਦੇਸੀ ਘਿਓ ਪਾ ਲਓ, ਬਹੁਤ ਵਧੀਆ ਕੰਮ ਕਰੋਗੇ। ਬਟ ਮੈਂ ਫੇਰ ਕਹੂੰਗੀ ਕਿ ਇਨਸਟੈਂਟ ਕੁਝ ਨਹੀਂ ਮਿਲਦਾ। ਇਹ ਅੱਜ ਠੀਕ ਹੋ ਗਿਆ ਜੀ, ਚਲੋ। ਹੁਣ ਉਸ ਤੋਂ ਬਾਅਦ ਫਿਰ ਆਪਾਂ ਦੱਸੋ ਵੀ ਫਿਰ ਉਹ ਕੀ ਇਸ ਤਰ੍ਹਾਂ ਇਲਾਜ ਕਰਨ ਕਿ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆਵੇ ਨਾ। ਬਿਲਕੁਲ। ਇਸ ਤੋਂ ਪਹਿਲਾਂ ਮੈਂ ਇਹ ਸਮਝਾਉਣਾ ਚਾਹੂੰਗੀ ਕਿ ਜਦੋਂ ਵੀ ਆਪਾਂ ਨੂੰ ਕੋਈ ਵੀ ਕਿਸੇ ਨੂੰ ਵੀ ਰਾਈਨਾਈਟਿਸ ਦੀ ਪਰੇਸ਼ਾਨੀ ਹੁੰਦੀ ਹੈ, ਔਰ ਮੇਰੇ ਕੋਲੇ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ, ਸਾਰੇ ਈਜ਼ੀ ਵੇ ਤੇ ਬਹੁਤ ਜਾਂਦੇ ਆ ਕਿ ਠੀਕ ਹੈ ਨਾ, ਹੋ ਗਿਆ। ਆਪਾਂ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਉਸ ਚੀਜ਼ ਨੂੰ। ਟਾਈਨੋ ਲੈ ਲਓ, ਬਸ ਇਹੀ ਕਹਿੰਦੇ ਆਪਾਂ, ਜਾਂ ਐਂਟੀ ਅਲਰਜਿਕ ਐਂਟੀ ਹਿਸਟਾਮਿਨ ਲੈਂਦੇ ਆ, ਜਾਂ ਕੀ ਕਰਨੇ ਆ, ਬਸ ਕੋਈ ਵੀ ਜ਼ਿਆਦਾ ਹੋ ਗਿਆ ਤਾਂ ਕੋਈ ਵੀ ਅਗਰ ਵਾਇਰਲ ਹੈ ਤਾਂ ਤੁਹਾਨੂੰ ਕੋਈ ਵੀ ਐਂਟੀਬਾਇਓਟਿਕ, ਅਗਰ ਕੋਈ ਬੈਕਟੀਰੀਅਲ ਕਰਕੇ ਹੋ ਰਿਹਾ ਤਾਂ ਤੁਸੀਂ ਐਂਟੀਬਾਇਓਟਿਕਸ ਖਾਧੀਆਂ ਔਰ ਥੋੜੇ ਦਿਨਾਂ ਬਾਅਦ ਫਿਰ ਉਹ ਵਾਪਸ ਦੁਬਾਰਾ ਐਪੀਸੋਡ ਤੁਹਾਨੂੰ ਉਹ ਫਿਰ ਆ ਜਾਂਦਾ ਹੈ। ਯਾਨੀ ਕਿ ਜਾਂ ਫਿਰ ਐਂਟੀ ਹਿਸਟਾਮਿਨ ਖਾ ਲਿਆ। ਔਰ ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਲੌਂਗ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਯੂਜ਼ ਕਰਦੇ ਰਹਿੰਦੇ ਹੋ, ਐਂਟੀ ਅਲਰਜਿਕ ਯੂਜ਼ ਕਰਦੇ ਹੋ, ਇੱਕ ਟਾਈਮ ਆਉਂਦਾ ਹੈ ਕਿ ਐਂਟੀ ਅਲਰਜਿਕ ਵੀ ਕੰਮ ਨਹੀਂ ਕਰਦੀਆਂ। ਫਿਰ ਤੁਸੀਂ ਕੀ ਕਰਦੇ ਹੋ, ਫਿਰ ਇੱਕ ਸਟੈਪ ਹੋਰ ਉੱਪਰ ਚੜ ਜਾਂਦੇ ਹੋ, ਫਿਰ ਸਟੀਰੋਇਡਸ ਤੇ ਆਉਣਾ ਸ਼ੁਰੂ ਕਰ ਦਿੰਦੇ ਹੋ। ਫਿਰ ਕੀ ਹੈ, ਬੋਡੀ ਉਹਨਾਂ ਦੇ ਉੱਤੇ ਡਿਪੈਂਡੈਂਟ ਹੋਣਾ ਸ਼ੁਰੂ ਹੋ ਜਾਂਦੀ ਹੈ ਸਟੀਰੋਇਡਸ ਦੇ ਉੱਤੇ। ਫਿਰ ਉਸ ਤੋਂ ਬਿਨਾਂ ਕੋਈ ਹੋਰ ਕੰਮ ਹੀ ਨਹੀਂ ਕਰਨਾ। ਬਿਲਕੁਲ। ਤੇ ਆਪਾਂ ਨਾ ਈਜ਼ੀ ਵੇ ਤੇ ਨਾ ਚੱਲੀਏ, ਰਿਲੀਫ ਵਾਲੇ ਪਾਸੇ ਨਾ ਸੋਚਿਆ ਕਰੀਏ, ਹਮੇਸ਼ਾ ਉਹਨੂੰ ਕਿਉਰ ਕਰਨ ਬਾਰੇ ਸੋਚੀਏ। ਪਹਿਲਾਂ ਸਭ ਤੋਂ ਪਹਿਲਾਂ ਆਯੁਰਵੇਦ ਦੇ ਵਿੱਚ ਅਗਰ ਮੈਂ ਦੱਸਾਂ, ਅਗਰ ਅਸੀਂ ਚਿਕਿਤਸਾ ਦੀ ਗੱਲ ਕਰਦੇ ਹਾਂ ਤਾਂ ਅਸੀਂ ਪਹਿਲਾ ਪੁਆਇੰਟ ਅਸੀਂ ਜਿਹੜਾ ਗੱਲ ਕਰਦੇ ਹਾਂ ਉਹ ਹੈ ਨਿਦਾਨ ਪਰਿਵਰਜਨ। ਨਿਦਾਨ ਮਤਲਬ ਜਿਹੜਾ ਤੁਹਾਡਾ ਕਾਰਨ ਹੈ ਉਹਨੂੰ ਹਟਾਓ ਜੀ। ਹੁਣ ਅਗਰ ਮੈਂ ਆਯੁਰਵੇਦ ਦੀ ਦ੍ਰਿਸ਼ਟੀ ਦੇ ਨਾਲ, ਆਯੁਰਵੇਦ ਦੇ ਮਾਧਿਅਮ ਨਾਲ ਅਗਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਐਕਚੁਅਲ 'ਚ ਪ੍ਰੋਬਲਮ ਹੈ ਕੀ, ਤਾਂ ਇਹਨੂੰ ਅਸੀਂ ਪ੍ਰਤੀਸ਼ਾਈ ਕਹਿੰਦੇ ਹਾਂ ਆਯੁਰਵੇਦ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੈ ਕਿ ਅਗਰ ਦੋਸ਼ਾਂ ਦੀ ਇਨਵੋਲਵਮੈਂਟ ਦੇਖੀਏ ਤਾਂ ਮੇਨਲੀ ਇਹਦੇ ਵਿੱਚ ਕਫ ਦੋਸ਼ ਦੀ ਇਨਵੋਲਵਮੈਂਟ ਹੈਗੀ ਹੈ। ਕਿਉਂਕਿ ਜਿੱਦਾਂ ਕਿ ਆਪਾਂ ਹਰਪ੍ਰੀਤ ਜੀ ਆਪਾਂ ਨੇ ਕਫ ਵਾਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਿਹੜਾ ਤੁਹਾਡਾ ਰੈਸਪੀਰੇਟਰੀ ਸਿਸਟਮ ਹੈਗਾ ਜਾਂ ਜਿਹੜਾ ਤੁਹਾਡਾ ਡਾਇਫਰਾਮ ਤੋਂ ਉੱਪਰ ਵਾਲਾ ਰੀਜਨ ਹੈਗਾ ਉਹ ਤੁਹਾਡੇ ਕਫ ਦਾ ਰੀਜਨ ਹੈ, ਯਾਨੀ ਤੁਹਾਡੇ ਕਫ ਦਾ ਹੈਡਕੁਆਟਰ ਹੈ। ਹਾਂਜੀ। ਯਾਨੀ ਅਗਰ ਉੱਥੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੇਜਰਲੀ ਕਫ ਦੇ ਕਰਕੇ ਹੋ ਰਹੀ ਹੈ ਜੀ। ਹੁਣ ਅਗਰ ਆਪਾਂ ਉਹ ਇੱਕ ਤਾਂ ਤੁਹਾਨੂੰ ਪ੍ਰੋਬਲਮਸ ਹੈ ਉਹੀ ਹੈ, ਉੱਤੋਂ ਤੁਸੀਂ ਉਹੀ ਕਫ ਨੂੰ ਵਧਾਉਣ ਵਾਲੇ ਖਾਣਾ ਖਾਂਦੇ ਰਹਿੰਦੇ ਹੋ। ਕਫ ਨੂੰ ਜਿਵੇਂ, ਕਿਉਂਕਿ ਕਫ ਹੈ ਜਿਹੜਾ ਉਹ ਠੰਡਾ ਨੇਚਰ ਦਾ ਹੈ, ਤੁਸੀਂ ਉੱਤੋਂ ਫਿਰ ਠੰਡੀਆਂ ਚੀਜ਼ਾਂ ਖਾ ਰਹੇ ਹੋ, ਆਈਸਕ੍ਰੀਮ ਖਾਣਾ ਪਸੰਦ ਕਰ ਰਹੇ ਹੋ, ਕੋਲਡ ਡਰਿੰਕ ਪੀ ਜਾ ਰਹੇ ਹੋ। ਤੁਹਾਨੂੰ ਪਤਾ ਹੈ ਕਿ ਤੁਹਾਨੂੰ ਠੰਡ ਦੇ এনवायरमेंट ਦੇ ਵਿੱਚ ਠੰਡ ਲੱਗਦੀ ਹੈ, ਤੁਸੀਂ ਬਾਰ-ਬਾਰ ਠੰਡ ਦੇ ਵਿੱਚ ਜਾ ਰਹੇ ਹੋ ਪਰ ਤੁਸੀਂ ਪ੍ਰੋਟੈਕਟ ਨਹੀਂ ਕਰਕੇ ਜਾ ਰਹੇ ਆਪਣੇ ਆਪ ਨੂੰ। ਉਸ ਚੀਜ਼ਾਂ ਜੋ ਤੁਹਾਡੇ ਕਾਰਨ ਹੈ ਉਹਨੂੰ ਤੁਸੀਂ ਕੱਢਣ ਦੀ, ਉਹਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕਰ ਪਾ ਰਹੇ, ਦਵਾਈ ਲੈ ਰਹੇ ਆ ਸਿਰਫ। ਕਿਉਂਕਿ ਅਗਰ ਕਫ ਹੈ, ਜਿਹਦੇ ਕਫ ਦਾ ਨੇਚਰ ਹੈ ਜਿਹੜਾ ਉਹ ਚਿਕਨਾ ਹੈ, ਔਰ ਤੁਸੀਂ ਫਿਰ ਚਿਕਨਾਹੀ ਵਾਲੀਆਂ ਹੀ ਚੀਜ਼ਾਂ ਖਾ ਰਹੇ ਹੋ, ਜਿਵੇਂ ਬਹੁਤ ਜ਼ਿਆਦਾ ਦੁੱਧ ਦਾ ਯੂਜ਼ ਕਰ ਰਹੇ ਹੋ, ਦਹੀਂ ਦਾ ਯੂਜ਼ ਕਰ ਰਹੇ ਹੋ, ਯੋਗਰਟ ਯੂਜ਼ ਕਰ ਰਹੇ ਹੋ, ਕਿਉਂਕਿ ਆਲਰੇਡੀ ਕਫ ਵਧਿਆ ਹੋਇਆ ਤੁਹਾਡੀ ਬੋਡੀ ਦੇ ਵਿੱਚ, ਔਰ ਫਿਰ ਤੁਸੀਂ ਕਫ ਨੂੰ ਹੀ ਵਧਾਈ ਜਾਂਦੇ ਹੋ। ਮਤਲਬ ਫਿਰ ਡੇਅਰੀ ਪ੍ਰੋਡਕਟ ਛੱਡ ਦੇਣੇ ਚਾਹੀਦੇ ਹੋ। ਬਿਲਕੁਲ। ਕੁਝ ਦੇਰ ਲਈ ਤੁਹਾਨੂੰ ਡੇਅਰੀ, ਅਗਰ ਤੁਹਾਨੂੰ ਅਲਰਜਿਕ ਹੈਗੀ ਹੈ ਤਾਂ ਕੁਝ ਦੇਰ ਲਈ ਤੁਹਾਨੂੰ ਆਪਣੇ ਕਫ ਨੂੰ ਬੈਲੈਂਸ ਕਰਨਾ ਪਊਗਾ। ਬਿਲਕੁਲ ਨਾ। ਔਰ ਕਿਉਂਕਿ ਕਫ ਠੰਡਾ ਹੈ ਤਾਂ ਤੁਹਾਨੂੰ ਠੰਡੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਪਊਗਾ। ਲੇਕਿਨ ਆਪਾਂ ਕਰਦੇ ਨਹੀਂ, ਆਪਾਂ ਬਸ ਇਨਸਟੈਂਟ ਚਾਹੀਦਾ ਕਿ ਹਾਂ ਮੈਨੂੰ ਪ੍ਰੋਬਲਮ ਹੋਈ, ਐਂਟੀ ਅਲਰਜਿਕ ਖਾਓ, ਥੋੜੀ ਦੇਰ ਠੀਕ ਹੈ, 2 ਦਿਨ ਲੰਘ ਗਏ, ਮੁੜ ਕੇ ਕੋਈ ਗੱਲ ਨਹੀਂ, ਦੂਜੇ ਦਿਨ 2 ਦਿਨ ਬਾਅਦ ਫਿਰ ਐਂਟੀ ਅਲਰਜਿਕ ਖਾ ਲਾਂਗੇ। ਬਟ ਅਗਰ ਇਹਨੂੰ ਆਪਾਂ ਕਿਉਰ ਵਾਲੇ ਪਾਸੇ ਚੱਲੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਆਯੁਰਵੇਦ ਹੈ ਨਾ ਉਹ 2 ਚੀਜ਼ਾਂ ਤੇ ਕੰਮ ਕਰਦਾ ਹੈ। ਪਹਿਲਾ ਪ੍ਰੀਵੈਂਸ਼ਨ ਤੇ, ਕਿ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰਕੇ ਰੱਖਣਾ ਹੈ। ਦੂਸਰਾ ਹੈ ਕਿ ਅਗਰ ਡਿਜ਼ੀਜ਼ ਹੋ ਵੀ ਗਈ ਤਾਂ ਉਹਦੇ ਤੋਂ ਬਚਾਉਣਾ ਕਿੱਦਾਂ ਹੈ। ਪ੍ਰੀਵੈਂਸ਼ਨ ਵਾਸਤੇ ਤੁਸੀਂ ਜਿਹੜਾ ਤੁਹਾਡੇ ਕਾਰਨ ਹੈ ਪਹਿਲਾਂ ਉਹਨੂੰ ਕੱਢੋ ਬਾਹਰ। ਬਿਲਕੁਲ। ਹੁਣ ਉਸ ਤੋਂ ਬਾਅਦ ਟ੍ਰੀਟਮੈਂਟ ਦੀ ਅਗਰ ਗੱਲ ਕਰੀਏ ਤਾਂ ਆਯੁਰਵੇਦ ਦੇ ਵਿੱਚ ਹਰਪ੍ਰੀਤ ਜੀ ਬਹੁਤ ਸਾਰੀਆਂ ਇਹੋ ਜਿਹੀਆਂ ਹਰਬਸ ਹੈਗੀਆਂ ਜਿਹੜੀਆਂ ਬਹੁਤ ਵਧੀਆ ਕੰਮ ਕਰਦੀਆਂ।
ਜੇ ਹੁਣ ਅਗਰ ਰਾਈਨਾਈਟਿਸ ਦੇ ਇਹਦੇ ਵਿੱਚ ਅਸੀਂ ਤਾਂ ਜਿਹੜਾ ਸਾਡਾ ਹੈਗਾ, ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੂੰਗੀ, ਉਹ ਆਪਾਂ ਮਿਸ ਕਰ ਗਏ ਕਿ ਡਾਈਜੈਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ। ਬਿਲਕੁਲ ਹਾਂਜੀ। ਜੇ ਤੁਹਾਡੀ ਡਾਈਜੈਸ਼ਨ ਪ੍ਰੋਪਰ ਨਹੀਂ ਹੈਗੀ, ਹਰਪ੍ਰੀਤ ਜੀ ਮੈਂ ਆਪਣੇ ਕਲੀਨਿਕਲ ਐਕਸਪੀਰੀਅੰਸ ਨਾਲ ਦੱਸੂੰਗੀ ਕਿ ਮੇਰੇ ਕੋਲ ਰਾਈਨਾਈਟਿਸ ਦੇ ਵੀ ਪੇਸ਼ੈਂਟਸ ਇਹੋ ਜਿਹੇ ਆਉਂਦੇ ਆ, ਅਗਰ ਮੈਂ ਉਹਨਾਂ ਦੀ ਹਿਸਟਰੀ ਲਵਾਂ ਨਾ ਤਾਂ 100% ਉਹਨਾਂ ਦਾ ਡਾਈਜੈਸ਼ਨ ਡਿਸਟਰਬ ਹੁੰਦਾ, ਜਾਂ ਤਾਂ ਉਹਨਾਂ ਨੂੰ ਹਾਈਪਰ ਐਸਿਡਿਟੀ ਹੁੰਦੀ ਹੈ, ਜਾਂ ਉਹਨਾਂ ਨੂੰ ਕਨਸਟੀਪੇਸ਼ਨ ਹੁੰਦਾ ਹੈ, ਗੈਸ ਦੀ ਪ੍ਰੋਬਲਮ ਹੁੰਦੀ ਹੈ। ਕਿਉਂਕਿ ਕੀ ਹੈ, ਆਪਾਂ ਸਿਰਫ ਐਂਟੀ ਅਲਰਜਿਕ ਕਰਕੇ ਉਸ ਚੀਜ਼ ਨੂੰ, ਉਸ ਸਿੰਪਟਮਸ ਨੂੰ ਦਬਾ ਤਾਂ ਰਹੇ ਹਾਂ, ਲੇਕਿਨ ਉਹਦਾ ਰੂਟ ਕਾਜ਼ ਫਾਈਂਡ ਆਊਟ ਕਰਕੇ ਉਹਨੂੰ ਰੂਟ ਤੋਂ ਠੀਕ ਨਹੀਂ ਕਰਦਾ। ਕਿਉਂਕਿ ਅਗਰ ਤੁਹਾਡਾ ਡਾਈਜੈਸ਼ਨ ਵੀਕ ਹੈ ਨਾ, ਤਾਂ ਤੁਹਾਡੀ ਇਮਿਊਨਿਟੀ ਸਟਰੋਂਗ ਨਹੀਂ ਹੋ ਸਕਦੀ, ਕਿਉਂਕਿ ਤੁਹਾਡੀ ਸਟਰੋਂਗ ਡਾਈਜੈਸ਼ਨ ਨੇ ਹੀ ਤੁਹਾਡੀ ਬੋਡੀ ਦੇ ਵਿੱਚ ਜਿਹੜਾ ਤੁਸੀਂ ਖਾ ਰਹੇ ਹੋ, ਖਾਣਾ ਲੈ ਰਹੇ ਹੋ, ਉਹਦੇ ਵਿੱਚੋਂ ਨਿਊਟ੍ਰੀਸ਼ਨ ਐਬਜ਼ੌਰਬ ਕਰਨੇ ਆ, ਔਰ ਉਹੀ ਨਿਊਟ੍ਰੀਸ਼ਨ ਨੇ ਤੁਹਾਡੀ ਬੋਡੀ ਨੂੰ ਬਿਲਡ ਕਰਨਾ ਹੈ, ਔਰ ਤੁਹਾਡੇ ਇਮਿਊਨ ਸਿਸਟਮ ਨੂੰ ਬਿਲਡ ਕਰਨਾ, ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ ਹੈ। ਬਟ ਜਦੋਂ ਆਪਾਂ ਉੱਥੇ ਹੀ ਗਲਤੀ ਕਰਦੇ ਪਏ ਆ, ਤੇ ਇਮਿਊਨਿਟੀ ਦਾ ਲੋ ਹੋਣਾ ਲਾਜ਼ਮੀ ਹੈ। ਓਕੇ, ਆਪਾਂ ਇਸ ਚੀਜ਼ ਦੇ ਉੱਤੇ ਤਾਂ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਆਪਾਂ ਚੰਗਾ ਖਾਣ, ਚੰਗਾ ਤੁਸੀਂ ਜਿਹੜਾ ਲਿਵਿੰਗ ਸਟਾਈਲ ਆ ਉਹਦੀ ਆਪਾਂ ਗੱਲ ਕਰਦੇ ਆ ਕਿ ਟਾਈਮ ਨਾਲ ਸੌਣਾ, ਟਾਈਮ ਨਾਲ ਉੱਠਣਾ, ਪਾਣੀ ਪ੍ਰੋਪਰ ਮਾਤਰਾ 'ਚ ਪੀਣਾ, ਹੈ ਨਾ। ਇਹ ਆਪਾਂ ਲਗਭਗ ਹਰ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਦੱਸਦੇ ਆ। ਮੈਨੂੰ ਲੱਗਦਾ ਕਿ ਆਪਣੇ ਇੰਨੇ ਕਿ ਪ੍ਰੋਗਰਾਮ ਤੇ ਇੰਨੀ ਗੱਲਬਾਤ ਇਸ ਚੀਜ਼ 'ਤੇ ਹੋ ਗਈ ਹੈ, ਤਾਂ ਬਹੁਤ ਸਾਰੇ ਪਰਿਵਾਰ ਇਸ ਚੀਜ਼ ਨੂੰ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਢਾਲਣਾ ਵੀ ਸ਼ੁਰੂ ਕਰ ਦਿੱਤਾ। ਕਿਉਂਕਿ ਇੱਕ ਤਾਂ ਜਿਹੜਾ ਤੁਸੀਂ ਖਾਣ ਪੀਣ ਡਾਕਟਰ ਸਾਹਿਬ ਤੇ ਕਿਹੜੇ ਟਾਈਮ ਤੇ ਕਿੰਨਾ ਖਾਣਾ, ਇਹ ਬਹੁਤ ਡਿਟੇਲ 'ਚ ਡਾਕਟਰ ਸਾਹਿਬ ਲਗਭਗ ਹਰ ਪ੍ਰੋਗਰਾਮ ਦੇ ਵਿੱਚ ਇਹ ਸੁਨੇਹਾ ਦੇ ਕੇ ਜਾਂਦੇ ਆ। ਫਿਰ ਉਸ ਤੋਂ ਬਾਅਦ ਜਿਹੜਾ ਸਟ੍ਰੈਸ ਦਾ ਵੀ ਡਾਕਟਰ ਸਾਹਿਬ ਬੜਾ ਦੱਸਦੇ ਆ ਕਿ ਵੀ ਸਟ੍ਰੈਸ ਘੱਟ ਹੋਵੇ, ਲਿਵਿੰਗ ਸਟਾਈਲ ਚੰਗਾ ਹੋਵੇ, ਟਾਈਮ ਨਾਲ ਸੌਣਾ, ਟਾਈਮ ਨਾਲ ਉੱਠਣਾ। ਤਾਂ ਇਹ ਇੰਨੀਆਂ ਚੀਜ਼ਾਂ ਕਰਨ ਦੇ ਨਾਲ ਆਪਾਂ ਬਹੁਤ ਸਾਰੀਆਂ ਹੋਰ ਬਿਮਾਰੀਆਂ ਤੋਂ ਬਚ ਜਾਂਦੇ ਆ, ਜਿਹੜੀਆਂ ਅੱਗੇ ਜਾ ਕੇ ਵੱਡੀਆਂ ਬਿਮਾਰੀਆਂ ਬਣਦੀਆਂ, ਉਹ ਪਹਿਲਾਂ ਹੀ ਉਹ ਤੋਂ ਬਚਿਆ ਜਾ ਸਕਦਾ। ਹੁਣ ਇਸ ਚੀਜ਼ ਦੇ ਵਿੱਚ ਵੀ ਜਿਹੜੀ ਗੱਲ ਆਉਂਦੀ ਹੈ, ਡਾਈਜੈਸ਼ਨ ਸਿਸਟਮ ਦੀ ਆਉਂਦੀ ਹੈ ਕਿ ਉਹ ਇੱਕ ਪੁਆਇੰਟ ਆ, ਉਹ ਇੱਕ ਸੈਂਟਰ ਪੁਆਇੰਟ ਆ ਜਿਹਦੇ ਆਲੇ ਦੁਆਲੇ ਸਾਰੀਆਂ ਚੀਜ਼ਾਂ ਘੁੰਮਦੀਆਂ। ਉੱਥੋਂ ਜੇ ਤੁਹਾਡਾ ਡਾਈਜੈਸ਼ਨ ਸਿਸਟਮ ਇਹ ਸਟਰੋਂਗ ਹੈਗਾ, ਤਾਂ ਫਿਰ ਇਮਿਊਨਿਟੀ ਬਿਲਡ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਤੁਹਾਡਾ ਇਮਿਊਨ ਸਿਸਟਮ ਚੰਗਾ ਹੈਗਾ, ਤਾਂ ਫਿਰ ਇਹ ਛੋਟੇ ਛੋਟੇ ਵਾਇਰਲ ਜਾਂ ਐਲਰਜੀਜ਼ ਹੈਗੀਆਂ, ਉਹ ਆ ਕੇ ਤੇ ਰਾਈਟ ਵਿੱਚ ਚਲੀਆਂ ਜਾਂਦੀਆਂ, ਕਈ ਵਾਰੀ ਆਉਂਦੀਆਂ ਹੀ ਨਹੀਂ। ਕੁਝ ਇਸ ਤਰ੍ਹਾਂ ਹੈ ਕਿ ਹੁਣ ਆਪਾਂ ਇਸ ਚੀਜ਼ ਨੂੰ ਫਿਰ ਜੇ ਆਪਾਂ ਇਕੱਲਾ ਚੰਗਾ ਖਾਣ ਪੀਣ ਤਾਂ ਚਲੋ ਹੋ ਗਿਆ, ਇਹ ਤਾਂ ਆਪਾਂ ਨੂੰ ਕਰਨਾ ਹੀ ਕਰਨਾ। ਡਾਕਟਰ ਸਾਹਿਬ ਜੇ ਜਦੋਂ ਹੁਣ ਨਜ਼ਲਾ ਹੋਇਆ ਵੀ ਹੈ ਕਿਸੇ ਨੂੰ, ਜਿਵੇਂ ਤੁਸੀਂ ਆਮ ਕਾੜੇ ਵਗੈਰਾ ਦੱਸਦੇ ਹੋ, ਕੋਈ ਇਹਦੇ ਲਈ ਵੀ ਸਪੈਸ਼ਲ ਕਾੜੇ ਹੈਗੇ ਆ? ਬਿਲਕੁਲ ਹੈ ਹਰਪ੍ਰੀਤ ਜੀ, ਹਾਂਜੀ ਬਿਲਕੁਲ ਹੈ। ਮੈਂ ਇੱਕ ਫਾਰਮੂਲਾ ਦੱਸੂੰਗੀ, ਤੁਸੀਂ ਸਾਰੇ ਜਾਣੇ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ ਉਹਨੂੰ ਤੁਸੀਂ ਘਰੇ ਬਣਾ ਸਕਦੇ ਹੋ ਈਜ਼ੀਲੀ, ਔਰ ਉਹਨੂੰ ਯੂਜ਼ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਕੀ ਲੈਣਾ, ਕਾਲੀ ਮਿਰਚ ਦਾ ਬਹੁਤ ਵਧੀਆ ਰੋਲ ਹੈ ਜੀ। ਕਾਲੀ ਮਿਰਚ ਹਰ ਘਰ ਦੇ ਵਿੱਚ ਮਿਲਦੀ ਹੈ, ਹਾਂਜੀ। ਤੁਸੀਂ 50 ਗ੍ਰਾਮ ਕਾਲੀ ਮਿਰਚ ਲੈ ਲਓ, ਔਰ ਉਹਦੇ ਵਿੱਚ ਤਕਰੀਬਨ 200 ਗ੍ਰਾਮ ਜਿਹੜੇ ਪਤਾਸੇ ਹੁੰਦੇ ਨਾ ਆਪਣੇ, ਹਾਂਜੀ, ਉਹ ਪਤਾਸੇ ਲੈ ਲਓ, ਉਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ, ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਓ, ਔਰ ਉਹਦਾ ਜਿਹੜਾ ਹੈ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮ ਨੂੰ ਹਲਦੀ ਵਾਲੇ ਦੁੱਧ ਨਾਲ ਲੈਣ ਲਓ। ਓਕੇ, ਹਾਂਜੀ। ਹਲਦੀ ਕਿੰਨੀ ਕੁ ਪਾਉਣੀ ਡਾਕਟਰ ਸਾਹਿਬ? ਹਲਦੀ ਜਿਹੜਾ ਦੁੱਧ ਹੈਗਾ ਤੁਸੀਂ ਅੱਧਾ ਚਮਚ ਤੱਕ ਪਾ ਸਕਦੇ ਹੋ ਮੈਕਸਿਮਮ। ਲੇਕਿਨ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਕਿਸੇ ਨੂੰ ਅਗਰ ਹਾਈਪਰ ਐਸਿਡਿਟੀ ਦੀ ਪ੍ਰੋਬਲਮ ਹੈ, ਜਾਂ ਜਿਸ ਕਿਸੇ ਨੂੰ, ਕਿਉਂਕਿ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਹਰਪ੍ਰੀਤ ਜੀ, ਤਾਂ ਅਸੀਂ ਉਹਨਾਂ ਦੀ ਪੂਰੀ ਹਿਸਟਰੀ ਲੈਂਦੇ ਆ, ਉਹਨਾਂ ਨੂੰ ਪੂਰਾ ਪੁੱਛਦੇ ਆ, ਪੂਰਾ ਸਿਸਟਮ ਉਹਨਾਂ ਦਾ ਐਨਾਲਿਸਿਸ ਕਰਦੇ ਆ ਕਿ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈਗੀ ਇਸ ਤੋਂ ਇਲਾਵਾ। ਕਿਉਂਕਿ ਬਹੁਤ ਸਾਰੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਕੋਲ ਨਜ਼ਲਾ ਜ਼ੁਕਾਮ ਵੀ ਹੁੰਦਾ ਉਹਨਾਂ ਨੂੰ, ਪਲੱਸ ਨਾਲ ਉਹਨਾਂ ਦੇ ਬਵਾਸੀਰ ਦੀ ਵੀ ਪ੍ਰੋਬਲਮ ਹੁੰਦੀ ਹੈ, ਪਾਇਲਸ ਦੀ ਵੀ। ਤਾਂ ਉਸ ਕੇਸ ਦੇ ਵਿੱਚ ਫਿਰ ਅਸੀਂ ਉਹਨਾਂ ਨੂੰ ਡੋਜ਼ ਉਹਦੇ ਦੀ ਬੋਡੀ ਦੇ ਅਕੋਰਡਿੰਗਲੀ ਐਡਜਸਟ ਕਰਕੇ ਦਿੰਦੇ ਆ। ਅਗਰ ਕਿਸੇ ਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਹੈ ਕਿ ਉਹਨਾਂ ਦੀ ਸਰੀਰ ਗਰਮੀ, ਹੋਰ ਕੋਈ ਗਰਮੀ ਵਾਲੀ ਪ੍ਰੋਬਲਮ ਹੈਗੀ ਹੈ, ਉਹਨਾਂ ਨੂੰ ਪਾਈਲਸ ਹੈਗੇ ਜਾਂ ਕਨਸਟੀਪੇਸ਼ਨ ਹੈਗੀ ਹੈ, ਤਾਂ ਤੁਸੀਂ ਇਹਦੀ ਡੋਜ਼ ਆਪਣੀ ਬੋਡੀ ਦੇ ਅਕੋਰਡਿੰਗਲੀ ਐਡਜਸਟ ਕਰਨੀ ਹੈ। ਜੇ ਤੁਹਾਨੂੰ ਪਤਾ ਹੈ ਕਿ ਅਗਰ ਇਸ ਤੋਂ ਲੈਣ ਤੋਂ ਬਾਅਦ ਤੁਹਾਨੂੰ ਗੈਸਟਰਾਈਟਸ ਹੋ ਰਿਹਾ ਹੈ, ਜਾਂ ਪਾਈਲਸ ਦੀ ਪ੍ਰੋਬਲਮ, ਜਾਂ ਕੋਈ ਡਾਈਜੈਸ਼ਨ ਇਸ਼ੂਜ਼ ਆ ਰਿਹਾ ਹੈ, ਤਾਂ ਤੁਸੀਂ ਇਹਦੀ ਮਾਤਰਾ ਅੱਧੇ ਚਮਚ ਤੋਂ 1/4 ਚਮਚ ਕਰ ਦੇਣਾ। ਠੀਕ ਹੈ ਜੀ। ਉਹ ਡੋਜ਼ ਤੁਹਾਡੀ ਬੋਡੀ ਦਾ ਤੁਹਾਨੂੰ ਪਤਾ ਹੈ ਕਿ ਕਿੱਦਾਂ ਦੀ ਤੁਹਾਡੀ ਬੋਡੀ ਹੈ, ਕਿੱਦਾਂ ਨਹੀਂ ਹੈ। ਮੈਂ ਇਹਦੀ ਮੈਕਸਿਮਮ ਡੋਜ਼ ਦੱਸੀ ਹੈ ਕਿ ਇਸ ਤੋਂ ਜ਼ਿਆਦਾ ਨਹੀਂ ਲੈਣੀਗੀ, ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮ ਨੂੰ। ਲੇਕਿਨ ਇਹ ਤੁਹਾਨੂੰ ਇਹ ਰਿਜ਼ਲਟ ਉਦੋਂ ਦਊਗੀ ਜਦੋਂ ਤੁਸੀਂ ਇਹਦਾ ਲਗਾਤਾਰ ਯੂਜ਼ ਕਰੋਗੇ। ਜੇ ਤੁਸੀਂ ਕਹੋ ਕਿ 2 ਦਿਨ ਖਾਦਾ ਇਹ ਤਾਂ ਕੰਮ ਨਹੀਂ ਕਰਦਾ, ਇਹ ਨਹੀਂ ਕਰੂਗਾ। ਡਾਕਟਰ ਸਾਹਿਬ 2 ਸਵਾਲ ਮੇਰੇ ਆ ਜੀ, ਜਿਹੜੇ ਕਿ ਮੈਨੂੰ, ਇੱਕ ਤਾਂ ਜੇ ਕੋਈ ਬੰਦਾ ਡਾਇਬੈਟਿਕ ਆ, ਉਹਦੇ ਲਈ ਇਹ ਪਦਾਸੇ ਜਿਹੜੇ ਮਿੱਠੇ ਆ, ਉਹਦੇ ਲਈ ਕੋਈ ਦਿੱਕਤ ਨਹੀਂ ਹੋਊਗੀ? ਨਹੀਂ, ਫਿਰ ਉਹਨਾਂ ਲਈ ਬਹੁਤ ਸਾਰੇ ਫਾਰਮੂਲੇਸ਼ਨਸ ਹੈ।
ਉਹਦੇ ਲਈ ਹੋਰ ਤਰ੍ਹਾਂ ਦੇ ਉਹਦੇ ਲਈ ਹੋਰ ਤਰ੍ਹਾਂ ਤਾਂ ਦੀ ਇੱਕ ਜਿਹੜਾ ਤੁਸੀਂ ਹੁਣ ਹਲਦੀ ਵਾਲਾ ਦੁੱਧ ਦੱਸਿਆ, ਹਾਂਜੀ। ਦੁੱਧ ਤੁਸੀਂ ਨਾਲੇ ਕਹਿੰਦੇ ਹੋ ਕਫ ਦੇ ਵਿੱਚ ਆਪਾਂ ਮਨਾ ਕਰਦੇ ਆ। ਆਪਾਂ ਉਹਦੇ ਕਫ ਉਹਦਾ ਕਫ ਦਾ ਜਿਹੜਾ ਗੁਣ ਹੈਗਾ ਉਹਨੂੰ ਹਲਦੀ ਪਾ ਕੇ ਆਪਾਂ ਮਾਸਕ ਕਰਤਾ। ਓਕੇ, ਮਤਲਬ ਜੇ ਆਪਾਂ ਦੁੱਧ ਸਿੱਧਾ ਪੀਂਦੇ ਆ ਤਾਂ ਉਹ ਕਫ ਕਰੂਗਾ, ਜੇ ਆਪਾਂ ਹਲਦੀ ਪਾ ਦਿੰਦੇ ਆ ਤਾਂ ਫਿਰ ਉਹ ਮਤਲਬ ਉਹਦੇ ਜਿਹੜੀ ਕਫ ਵਾਲਾ ਜਿਹੜਾ ਗੁਣ ਹੈ ਨਾ ਆਪਾਂ ਉਹਨੂੰ ਹੀ ਘਟਾ ਦਿੱਤਾ ਉਹਦੇ ਨਾਲ। ਜੇ ਉਹ ਜਿਹੜਾ ਹਲਦੀ ਵਾਲਾ ਦੁੱਧ ਹੈ ਨਾ, ਮੈਂ ਹਰਪ੍ਰੀਤ ਜੀ ਬਹੁਤ ਸਾਰਿਆਂ ਨੂੰ ਦੇਖਿਆ ਵੀ ਕਿ ਹਲਦੀ ਵਾਲਾ ਦੁੱਧ ਬਣਾਉਂਦਾ ਵੀ ਆਪਾਂ ਦੱਸਾਂਗੇ ਕਿ ਐਕਚੁਅਲ 'ਚ ਕਿਵੇਂ ਬਣਾਈਦਾ ਹੈਗਾ। ਜਿਹੜਾ ਅਗਰ ਤੁਸੀਂ ਲੈਣਾ ਹੈ, ਸਪੋਜ਼ ਤੁਸੀਂ ਹਲਦੀ ਵਾਲਾ ਦੁੱਧ ਬਣਾ ਰਹੇ ਹੋ, 골ਡਨ ਮਿਲਕ ਬਣਾ ਰਹੇ ਹੋ, ਤਾਂ ਤੁਸੀਂ ਕੀ ਕਰਨਾ ਹੈ, 1 ਕੱਪ ਦੁੱਧ 1 ਕੱਪ ਪਾਣੀ ਔਰ ਉਹਦੇ 'ਚ ਅੱਧਾ ਚਮਚ ਤੁਸੀਂ ਹਲਦੀ ਪਾਇਆ। ਅਗਰ ਗਰਮੀ ਹੈ ਤਾਂ ਤੁਸੀਂ ਹਲਦੀ ਦੀ ਮਾਤਰਾ ਘਟਾ ਵੀ ਸਕਦੇ ਹੋ, ਚੌਥਾ ਹਿੱਸਾ ਵੀ ਲੈ ਸਕਦੇ ਹੋ। ਉਹਨੂੰ ਉਦੋਂ 5-7 ਮਿੰਟ ਪਕਾਉਣਾ ਤਾਂ ਕਿ ਪਾਣੀ ਸੁੱਕ ਜੇ ਤੇ ਆਪਣੇ ਕੋਲੇ ਦੁੱਧ ਰਹਿ ਜੇ, ਉਹਨਾਂ ਕੁ ਰਹਿ ਜੇ। ਉਹ ਛਾਣ ਕੇ ਤੁਸੀਂ ਉਹ ਐਕਚੁਅਲ 'ਚ ਉਹ ਟਰਮਰਿਕ ਮਿਲਕ ਹੁੰਦਾ ਤੇ ਉਹ ਪੀਣ ਦੇ ਨਾਲ, ਕਿਉਂਕਿ ਜਦੋਂ ਤੁਸੀਂ ਉਹਨੂੰ ਬੋਇਲ ਕਰਦੇ ਹੋ ਔਰ ਅਦਰ, ਕਿਉਂਕਿ ਆਪਾਂ ਜਿੱਦਾਂ ਦੱਸਿਆ ਕਿ ਇਹਦੇ ਵਿੱਚ ਮੈਂ ਹਮੇਸ਼ਾ ਦੱਸਿਆ ਸੀ, ਸ਼ਾਇਦ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਯਾਦ ਹੋਵੇ ਕਿ ਜਦੋਂ ਤੁਸੀਂ ਕਾਲੀ ਮਿਰਚ ਔਰ ਹਲਦੀ ਨੂੰ ਤੁਸੀਂ ਕੰਬਾਈਨ ਕਰਕੇ ਲੈਂਦੇ ਹੋ ਤਾਂ ਉਹਦੀ ਜਿਹੜੀ ਐਬਜ਼ੌਰਪਸ਼ਨ ਹੈ ਜਿਹੜੀ ਬਹੁਤ ਵੱਧ ਜਾਂਦੀ ਹੈ। ਇਸ ਕਰਕੇ ਜਦੋਂ ਤੁਸੀਂ ਹੁਣ ਆਪਾਂ ਕਾਲੀ ਮਿਰਚ ਵਾਲਾ ਪਾਊਡਰ ਦੇ ਰਹੇ ਹਾਂ ਇੱਥੇ, ਔਰ ਨਾਲ ਤੁਸੀਂ ਆ ਲੈ ਰਹੇ ਹੋ, ਦੁੱਧ 'ਚ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਦੇ 'ਚ ਬਤਾਸੇ ਚੱਲ ਰਹੇ ਆਲਰੇਡੀ, ਤੇ ਉਹਨੂੰ ਤੁਸੀਂ ਲਓ ਔਰ ਇਹਨੂੰ ਰੈਗੂਲਰ ਯੂਜ਼ ਦੇ ਨਾਲ ਇਹਦੇ ਬਹੁਤ ਵਧੀਆ ਰਿਜ਼ਲਟ ਮਿਲਦੇ ਆ। ਔਰ ਅਗਰ ਇੱਕ ਡਾਇਬੀਟਿਕ ਹੈਗਾ ਤਾਂ ਤੁਸੀਂ ਆਹ ਵਾਲਾ ਬਤਾਸੇ ਵਾਲਾ ਫਾਰਮੂਲੇਸ਼ਨ ਨਾ ਯੂਜ਼ ਕਰੋ, ਸਿੰਪਲ ਤੁਸੀਂ ਕਾਲੀ ਮਿਰਚ ਵੀ ਲੈ ਸਕਦੇ ਹੋ। ਕਾਲੀ ਮਿਰਚ ਹੈ, ਤੁਸੀਂ ਥੋੜਾ ਜਿਹਾ ਇੱਕ ਉਹਦੇ ਵਿੱਚ ਆਪਣਾ ਤੁਸੀਂ ਲੌਂਗ ਲੈ ਸਕਦੇ ਹੋ, ਦਾਲਚੀਨੀ ਹੋ ਗਿਆ, ਲੌਂਗ, ਦਾਲਚੀਨੀ, ਇਲਾਇਚੀ, ਆਪਣਾ ਅਦਰਕ ਦਾ ਪਾਊਡਰ, ਡਰਾਈ ਜਿੰਜਰ ਹੈਗਾ, ਔਰ ਇਹਨਾਂ ਸਾਰਿਆਂ ਨੂੰ ਨਾ ਤੁਸੀਂ ਪੀਸ ਕੇ ਪਾਊਡਰ ਬਣਾ ਲਓ ਜੀ, ਤੇ ਉਹਦਾ ਤੁਸੀਂ ਅੱਧਾ ਅੱਧਾ ਚਮਚ ਲੈ ਸਕਦੇ ਹੋ ਕਿਉਂਕਿ ਇਹਨਾਂ ਸਾਰਿਆਂ ਨੇ ਤੁਹਾਡੇ ਨਜ਼ਲੇ ਤੇ ਕੰਮ ਕਰਨਾ ਹੈ। ਤੇ ਇਹ ਬਹੁਤ ਵਧੀਆ ਕੰਮ ਕਰਦੀਆਂ। ਨਹੀਂ ਤਾਂ ਸਿੰਪਲ, ਇਸ ਤੋਂ ਵੀ ਸਿੰਪਲ ਇੱਕ ਹੋਰ ਹੈਗੀ ਹੈ, ਤੁਸੀਂ ਕਾਲੀ ਮਿਰਚ ਲਓ, ਡਰਾਈ ਜਿੰਜਰ ਪਾਊਡਰ ਲਓ ਤੇ ਦਾਲਚੀਨੀ ਪਾਊਡਰ ਲਓ। ਆ ਤਿੰਨੋਂ ਚੀਜ਼ਾਂ ਲਓ ਔਰ ਇਹਨਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲਿਆ ਕੇ ਪੀਸ ਕੇ ਰੱਖ ਲਓ। ਕਾਲੀ ਮਿਰਚ, ਦਾਲਚੀਨੀ ਅਦਰਕ ਦਾ ਜਿਹੜਾ ਪਾਊਡਰ, ਹਾਂਜੀ, ਡਰਾਈ ਜਿੰਜਰ ਪਾਊਡਰ, ਸੁੰਡ ਕਹਿੰਦੇ, ਹਾਂਜੀ ਸੁੰਡ ਕਹਿੰਦੇ ਆ। ਇਹਨਾਂ ਤਿੰਨਾਂ ਨੂੰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਪੀਸ ਕੇ ਪਾਊਡਰ ਬਣਾ ਕੇ ਰੱਖ ਲੈਣਾ। ਦੱਸੋ ਤੁਸੀਂ ਇਹਨੂੰ ਤੁਸੀਂ ਟ੍ਰੀਕਟ ਕਹਿੰਦੇ ਹੋ? ਨਹੀਂ, ਜਿਹੜਾ ਟ੍ਰੀਕਟ ਹੁੰਦਾ ਉਹਦੇ ਵਿੱਚ ਜਿਹੜੀਆਂ ਆਪਾਂ ਹੈ ਉਹ ਮਗਾ ਪਾਈਆਂ ਹੁੰਦੀਆਂ। ਓਕੇ, ਠੀਕ ਹੈ, ਹਾਂਜੀ। ਔਰ ਹਰਪ੍ਰੀਤ ਜੀ ਇਹ ਬਹੁਤ ਵਧੀਆ, ਅਸੀਂ ਟ੍ਰੀਕਟ ਵੀ ਫਾਰਮੂਲੇਸ਼ਨਸ ਦਿੰਦੇ ਆ ਪੇਸ਼ੈਂਟਸ ਨੂੰ, ਬਟ ਡਿਪੈਂਡਿੰਗ, ਜਿੱਦਾਂ ਅਸੀਂ ਤੁਹਾਨੂੰ ਮੈਂ ਦੱਸਿਆ ਕਿ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਤਾਂ ਅਸੀਂ ਉਹਨਾਂ ਨੂੰ ਪੂਰੀ ਹਿਸਟਰੀ ਲੈਂਦੇ ਆ ਕਿ ਉਹਨਾਂ ਦਾ ਡਾਈਜੈਸ਼ਨ ਕਿਹੋ ਜਿਹਾ ਹੈ, ਉਹਨਾਂ ਦੀ ਓਵਰਆਲ ਬਾਡੀ ਦੇ ਵਿੱਚ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਉਹਦੇ ਅਕੋਰਡਿੰਗਲੀ ਫਿਰ ਅਸੀਂ ਉਹਨਾਂ ਦੀ ਡੋਜ਼ ਵੀ ਡਿਸਾਈਡ ਕਰਕੇ ਦਿੰਨੇ ਆ। ਲੇਕਿਨ ਤ੍ਰਿਕਟੂ ਵੀ ਇਹਦੇ ਵਿੱਚ ਬਹੁਤ ਵਧੀਆ ਰੋਲ ਕਰਦਾ ਹੈ ਜੇ ਹੁਣ ਕਿਸੇ ਨੂੰ ਤ੍ਰਿਕਟੂ ਨਹੀਂ ਦੇ ਸਕਦੇ ਅਸੀਂ ਤੇ ਫਿਰ ਅਸੀਂ ਉਹਨਾਂ ਵਿੱਚ ਦਾਲਚੀਨੀ ਐਡ ਆਨ ਕਰ ਦਿੰਨੇ ਆ ਨਾਲ। ਅਗਰ ਬਹੁਤ ਜ਼ਿਆਦਾ ਇਮਿਊਨਿਟੀ ਦੇ ਵੀ ਇਸ਼ੂਜ਼ ਆ, ਬਾਰ-ਬਾਰ ਹੋਰ ਜ਼ਿਆਦਾ ਐਲਰਜੀ ਹੋ ਰਹੀ ਹੈ ਤਾਂ ਅਸੀਂ ਉਹਦੇ ਵਿੱਚ ਆਮਲਾ ਵੀ ਐਡ ਕਰਦੇ ਆ। ਤਾਂ ਡਿਪੈਂਡਿੰਗ ਅਪਨ ਕਿ ਕਿੰਨੀ ਸੀਵੀਅਰਿਟੀ ਹੈ, ਕਿੱਦਾਂ ਹੈਗਾ, ਉਸ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਫਾਰਮੂਲੇਸ਼ਨਸ ਬਣਾ ਕੇ ਵੀ ਦਿੰਨੇ ਆ। ਔਰ ਸਾਡੇ ਆਯੁਰਵੇਦ ਦੇ ਵਿੱਚ ਬਹੁਤ ਸਾਰੀਆਂ ਕਲਾਸੀਕਲ ਇਹੋ ਜਿਹੀਆਂ ਫਾਰਮੂਲੇਸ਼ਨਸ ਹੈਗੀਆਂ ਜਿਨ੍ਹਾਂ ਦਾ ਬਹੁਤ ਵਧੀਆ ਰੋਲ ਹੈਗਾ। ਔਰ ਅਗਰ, ਕਿਉਂਕਿ ਆਯੁਰਵੇਦ ਦੇ ਕੋਲ ਹਰਪ੍ਰੀਤ ਜੀ ਜਦੋਂ ਇਨਸਟੈਂਟ ਕੋਈ ਪ੍ਰੋਬਲਮ ਹੁੰਦੀ ਹੈ ਨਾ, ਐਕਿਊਟ ਪ੍ਰੋਬਲਮ ਹੁੰਦੀ ਹੈ ਤੇ ਕੋਈ ਨਹੀਂ ਆਂਦਾ ਜੀ, ਤੇ ਉਹ ਸਾਰੇ ਇਨਸਟੈਂਟ ਰਿਲੀਫ ਵੱਲ ਜਾਂਦੇ ਆ ਕਿ ਜਿਹੜੀ ਦਵਾਈ ਖਾ ਲਓ। ਔਰ ਜਦੋਂ ਉਹ ਪ੍ਰੋਬਲਮ ਕਾਫੀ ਵੱਧ ਜਾਂਦੀ ਹੈ, ਜਦੋਂ ਕ੍ਰੋਨਿਕ ਕੰਡੀਸ਼ਨ ਦੇ ਵਿੱਚ ਆ ਜਾਂਦੇ ਆ, ਫਿਰ ਜਦੋਂ ਕਿਤੋਂ ਹੋਰ ਟ੍ਰੀਟਮੈਂਟ ਨਹੀਂ ਮਿਲਦਾ, ਫਿਰ ਆਪਾਂ ਆਯੁਰਵੇਦ ਨੂੰ ਐਕਸਪਲੋਰ ਕਰਦੇ ਆ ਕਿ ਇੱਕ ਵਾਰੀ ਟਰਾਈ ਕਰਦੇ ਆ ਆਯੁਰਵੇਦ ਨੂੰ। ਔਰ ਫਿਰ ਜਦੋਂ ਕ੍ਰੋਨਿਕ ਕੰਡੀਸ਼ਨ ਹੋ ਜਾਂਦੀ ਹੈ ਫਿਰ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਠੀਕ ਹੋਣ ਤੇ। ਬਿਲਕੁਲ, ਮੈਂ ਵੀ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਕਿ ਜਦੋਂ ਦਾ ਮੈਂ ਵਿਜ਼ਨ ਪੰਜਾਬ ਤੇ ਪ੍ਰੋਗਰਾਮ ਡਾਕਟਰ ਸਾਹਿਬ ਨਾਲ ਪੇਸ਼ ਕਰਦਾ ਤੇ ਬਹੁਤ ਸਾਰੀਆਂ ਚੀਜ਼ਾਂ ਮੈਂ ਡਾਕਟਰ ਸਾਹਿਬ ਤੋਂ ਸਿੱਖਦਾ। ਤਾਂ ਅੱਜ ਮੈਂ ਪ੍ਰੋਗਰਾਮ ਤੋਂ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਕੋਈ ਆਲਮੋਸਟ 7.5 ਕਿਲੋ weight ਲੂਜ਼ ਕੀਤਾ ਡਾਕਟਰ ਸਾਹਿਬ ਦੀ ਗਾਈਡੈਂਸ ਨਾਲ, ਇਹਨਾਂ ਤੋਂ ਪੁੱਛ ਕੇ ਕਿਵੇਂ ਕੀ ਹੋ ਸਕਦਾ ਹੈਗਾ। ਤਾਂ ਜਿਹੜੀ ਗੱਲ ਕਰਦੇ ਆ, ਜਿਹੜਾ ਕਸਟਮ ਜਿਹੜਾ ਟ੍ਰੀਟਮੈਂਟ ਦੀ ਗੱਲ ਕਰਦੇ ਆ, ਕਿਉਂਕਿ ਮੈਨੂੰ ਪਤਾ ਕਿ ਇਹਨਾਂ ਦੀ ਜਿਹੜੀ ਕੁਐਸਚਨਰੀ ਹੈ ਘੱਟੋ ਘੱਟ 100-150 ਕੁਐਸਚਨ ਹੁੰਦਾ, ਰਾਈਟ। ਹੁਣ ਜਿਵੇਂ ਮੈਂ ਕਾਲੀ ਮਿਰਚ, ਪਤਾਸੇ ਤੇ ਹਲਦੀ ਦਾ ਦੁੱਧ, ਹੁਣ ਜੇ ਮੈਂ ਕਿਸੇ ਨੂੰ ਡਾਕਟਰ ਸਾਹਿਬ ਨੂੰ ਕਹਿੰਦਾ ਕਿ ਮੈਨੂੰ ਨਜ਼ਲਾ ਹੋਇਆ ਕੱਲੇ ਨਜ਼ਲੇ ਲਈ ਇਹ ਹੈਗਾ, ਜੇ ਹੁਣ ਮੈਂ ਉਸ ਤੋਂ ਬਾਅਦ ਜਾ ਕੇ ਦੱਸਾਂ ਡਾਕਟਰ ਸਾਹਿਬ ਮੈਨੂੰ ਤਾਂ ਮੈਂ ਡਾਇਬੈਟਿਕ ਵੀ ਆ, ਜਾਂ ਮੈਨੂੰ ਬਲੱਡ ਪ੍ਰੈਸ਼ਰ ਵੀ ਹੈ, ਜਾਂ ਮੈਨੂੰ ਤਾਂ ਤੇਜ਼ਾਬ ਵੀ ਬਣਦਾ, ਜਾਂ ਇਹ ਵੀ ਆ, ਇਹ ਸਾਰੀਆਂ ਚੀਜ਼ਾਂ ਤੁਹਾਡੇ ਤੋਂ ਪੁੱਛੀਆਂ ਜਾਂਦੀਆਂ। ਏਜ ਕਿੰਨੀ ਆ, ਕਿੰਨੇ ਚਿਰ ਤੋਂ ਇਹ ਪ੍ਰੋਬਲਮ ਆ, ਪਰਿਵਾਰ ਦੇ ਵਿੱਚ ਹੋਰ ਕਿਹਨੂੰ ਪ੍ਰੋਬਲਮ ਸੀ, ਜਾਂ ਤਾਂ ਬਹੁਤ ਸਾਰੇ ਸਵਾਲ ਹੁੰਦੇ ਆ ਜਿਹੜੇ ਡਾਕਟਰ ਸਾਹਿਬ ਪੁੱਛਦੇ ਆ
ਫਿਰ ਉਸ ਤੋਂ ਬਾਅਦ ਤੁਹਾਡਾ ਇੱਕ ਡਾਈਟ ਪਲਾਨ ਬਣਦਾ, ਫਿਰ ਉਸ ਤੋਂ ਬਾਅਦ ਕਿਹੜੇ ਉਹਦੇ ਰੂਟ ਕਾਜ਼ ਹੈਗੇ ਆ ਉਹਨਾਂ ਨੂੰ ਲੱਭਿਆ ਜਾਂਦਾ, ਫਿਰ ਉਸ ਤੋਂ ਬਾਅਦ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਕਿ ਆਹ ਚੀਜ਼ ਹੀ ਤੁਹਾਡੇ ਲਈ ਜ਼ਿਆਦਾ ਬੈਸਟ ਹੈ। ਹੁਣ ਸੁੰਡ ਵਾਲਾ ਜਿਹੜਾ ਪਾਊਡਰ ਆ ਉਹਦੇ ਫਾਇਦੇ ਵੀ ਆ, ਉਹਦੇ ਨੁਕਸਾਨ ਵੀ ਆ। ਜੇ ਕਿਸੇ ਨੂੰ ਕੋਈ ਪਰਟੀਕੁਲਰ ਕਿਸ ਤਰ੍ਹਾਂ ਦਾ ਕੋਈ ਉਹਨਾਂ ਦੇ ਮਿਹਦੇ ਦੇ ਵਿੱਚ ਗਰਮੀ ਆ, ਹੋ ਸਕਦਾ ਸੁੰਡ ਉਹਦੇ ਲਈ ਨੁਕਸਾਨ ਕਰਦੀ ਹੋਵੇ, ਜਾਂ ਕੋਈ ਹੋਰ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਮਤਲਬ ਜੋ ਮੈਂ ਮੰਨਦਾ, ਜੋ ਮੈਂ ਸਮਝਦਾ, ਜਿੰਨੀ ਕੁ ਮੈਨੂੰ ਇਹਨਾਂ ਨਾਲ ਰਹਿ ਕੇ ਪ੍ਰੋਗਰਾਮ ਕਰਕੇ ਆਯੁਰਵੇਦ ਦੀ ਸਮਝ ਆਈ ਹੈ, ਉਹ ਇਹੀ ਹੈ ਕਿ ਕਦੇ ਵੀ ਆਪਾਂ ਆਪਣੀ ਮਰਜ਼ੀ ਦੇ ਨਾਲ 4-5 ਚੀਜ਼ਾਂ ਕੁੱਟ ਕੇ ਤੇ ਨਹੀਂ ਲੈ ਲੈਣੀਆਂ ਚਾਹੀਦੀਆਂ, ਕਿਉਂਕਿ ਉਹ ਤੁਹਾਡੇ ਸਰੀਰ ਤੇ ਮਾੜਾ ਅਸਰ ਵੀ ਪਾ ਦਿੰਦੀਆਂ। ਕਈ ਵਾਰ ਆਪਾਂ ਕਿਸੇ ਤੋਂ ਆਪਾਂ ਕਹਿੰਦੇ ਕਿ ਸਾਨੂੰ ਫਲਾਣੇ ਨੇ ਦੱਸਿਆ ਸੀ, ਹੈ ਨਾ, ਜਿਵੇਂ ਉਹ ਇੱਕ ਪ੍ਰਵਰਬ ਵੀ ਹੈ, ਨੀਮ ਹਕੀਮ ਖਤਰੇ ਜਾਨ, ਹੈ ਨਾ। ਤਾਂ ਉਹ ਕੀ ਹੈ ਕਿ ਤੁਸੀਂ ਕਿਸੇ ਚੰਗੇ ਡਾਕਟਰ ਤੋਂ, ਜਿਹਦੇ ਕੋਲੇ ਇਸ ਸੰਬੰਧਤ ਉਹਨਾਂ ਦੀ ਪੜ੍ਹਾਈ ਕੀਤੀ ਆ, ਕੋਈ ਡਿਗਰੀਜ਼ ਆ, ਕੋਈ ਰਿਸਰਚ ਆ, ਕੋਈ ਪ੍ਰੈਕਟਿਸ ਆ, ਉਹਨਾਂ ਨਾਲ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰਕੇ ਤਾਂ ਇੱਕ ਉਹਦਾ ਪ੍ਰੋਪਰ ਮੁਕੰਮਲ ਹੱਲ ਲੱਭਣਾ ਚਾਹੀਦਾ। ਬਟ ਇਹ ਗੱਲ ਪੱਕੀ ਹੈ ਕਿ ਆਯੁਰਵੇਦ ਦੇ ਵਿੱਚ ਹੋਇਆ ਹੋਇਆ ਇਲਾਜ ਇਹ ਪੱਕਾ ਇਲਾਜ ਹੁੰਦਾ। ਆਯੁਰਵੇਦ ਦੀਆਂ ਜਿਹੜੀਆਂ ਆਦਤਾਂ ਆਪਾਂ ਪਾਉਣੇ ਆ, ਆਪਾਂ ਆਪਦਾ ਜੋ ਈਟਿੰਗ ਸਟਾਈਲ ਹੈ, ਜਿਹੜਾ ਕੀ ਖਾਣਾ, ਕਿੰਨਾ ਖਾਣਾ, ਕਿੰਨੇ ਵਜੇ ਖਾਣਾ, ਜੇ ਇਹਨਾਂ ਚੀਜ਼ਾਂ ਤੇ ਆਪਾਂ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਸਿਹਤ ਦੇ ਵਿੱਚ ਬਹੁਤ ਵੱਡੇ ਫਰਕ ਆਉਂਦੇ ਆ। ਡਾਕਟਰ ਸਾਹਿਬ ਨੰਬਰ 647 537 39 29, 647 537 39 29। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਡਾਕਟਰ ਸਾਹਿਬ ਨੂੰ ਫੋਨ ਕਰੋ। ਮੈਂ ਸਮਝਦਾ ਕਿ ਫੋਨ ਤੇ ਵੀ ਉਹਨਾਂ ਤੁਸੀਂ ਨਹੀਂ ਸਾਰਾ ਕੁਝ ਪਤਾ ਕਰ ਸਕਦੇ, ਇਹਨਾਂ ਨੂੰ ਮਿਲੋ। ਆਯੁਰਵੇਦ ਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਤੁਹਾਡੇ ਦੂਸਰੀਆਂ ਜਿਹੜੀਆਂ ਦਵਾਈਆਂ ਦੇ ਖਰਚੇ ਵੱਡੇ ਹੁੰਦੇ ਆ। ਇਹ ਬਹੁਤ ਸਾਰੀਆਂ ਦਵਾਈਆਂ ਇਹੋ ਜਿਹੀਆਂ ਜਿਹੜੀਆਂ ਕਿ ਆਮ ਸਧਾਰਨ ਸਟੋਰਾਂ ਤੋਂ ਮਿਲ ਜਾਂਦੀਆਂ, ਤੁਸੀਂ ਬਸ ਉਹਨੂੰ ਕੁੱਟ ਪੀਸ ਕੇ ਤੇ ਛਾਣ ਕੇ ਖਾ ਲੈਣੀਆਂ ਹੁੰਦੀਆਂ। ਪਰ ਡਾਕਟਰ ਦੀ ਐਡਵਾਈਸ ਦੇ ਨਾਲ, ਕਿਸੇ ਆਯੁਰਵੇਦ ਜਿਨ੍ਹਾਂ ਨੇ ਇਸ ਤੇ ਰਿਸਰਚ ਕੀਤੀ ਆ, ਉਹਨਾਂ ਦੀ ਐਡਵਾਈਸ ਦੇ ਨਾਲ ਹੀ ਲੈਣੀਆਂ ਚਾਹੀਦੀਆਂ। ਦਰਅਸਲ ਜਾਂਦੇ ਇੱਕ ਵਾਰ ਆਪਣੇ ਕੋਲ ਟਾਈਮ ਆਲਮੋਸਟ ਸਮਾਪਤੀ ਵੱਲ, ਹੋਰ ਕੀ ਐਡ ਕਰਨਾ ਚਾਹੁੰਦੇ ਤੁਸੀਂ? ਸਭ ਤੋਂ ਵਧੀਆ ਕਹੂੰਗੀ ਕਿ ਪ੍ਰਾਣਾਯਾਮ ਮੈਂ ਹਮੇਸ਼ਾ ਜਿੱਦਾਂ ਹੀ ਬੋਲਦੀ ਹਾਂ, ਕਿਉਂਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਨ ਲਈ ਹੈਲਦੀ ਖਾਓ, ਆਪਣਾ ਡਾਈਟ ਔਰ ਲਾਈਫ ਸਟਾਈਲ ਨੂੰ ਮੈਨੇਜ ਕਰੋ। ਇਹ ਆਪਣੀ ਜਿੱਦਾਂ ਤੁਸੀਂ ਕਿਹਾ ਈਟਿੰਗ ਹੈਬਿਟਸ ਤੇ ਬਹੁਤ ਜ਼ਿਆਦਾ ਧਿਆਨ ਦਿਓ, ਕਿਉਂਕਿ ਅਗਰ ਤੁਸੀਂ ਆਪਣਾ ਆਯੁਰਵੈਦਿਕ ਲਾਈਫ ਸਟਾਈਲ ਨੂੰ ਅਪਣਾਉਂਦੇ ਹੋ ਤਾਂ ਬਹੁਤ ਹੱਦ ਤੱਕ ਤੁਸੀਂ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਵੈਸੇ ਹੀ ਦੂਰ ਕਰ ਦਿੰਦੇ ਹੋ। ਔਰ ਜਦੋਂ ਤੁਸੀਂ ਪ੍ਰਾਣਾਯਾਮ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲੈਂਦੇ ਹੋ, ਤੁਹਾਡੀ ਇਮਿਊਨਿਟੀ ਔਰ ਤੁਹਾਡਾ ਖਾਲੀ ਫਿਜ਼ੀਕਲ ਬਾਡੀ ਹੀ ਨਹੀਂ ਫਿਟ ਹੁੰਦੀ, ਤੁਹਾਡਾ ਮੈਂਟਲ ਲੈਵਲ ਵੀ ਫਿਟ ਹੁੰਦਾ ਹੈ, ਤੁਸੀਂ ਮੈਂਟਲੀ ਵੀ ਸਟਰੋਂਗ ਹੁੰਦੇ ਹੋ ਔਰ ਤੁਸੀਂ ਆਪਣੇ ਆਪ ਦੇ ਵਿੱਚ ਇੰਜੋਏ ਕਰਨਾ ਸ਼ੁਰੂ ਕਰ ਦਿੰਦੇ ਹੋ। ਔਰ ਜਦੋਂ ਤੁਹਾਨੂੰ ਉਹ ਫੀਲਿੰਗ ਆ ਜਾਂਦੀ ਹੈ, ਉਹ ਬਿਯੋਂਡ ਹੈ, ਸਭ ਤੋਂ ਉੱਪਰ ਹੈ। ਫਿਰ ਉਸ ਤੋਂ ਬਾਅਦ ਤੁਹਾਡੀ ਜਦੋਂ ਉਸ ਟਾਈਮ ਫਿਰ ਤੁਹਾਡੀ ਓਵਰਆਲ ਪਰਸਨੈਲਿਟੀ ਚੇਂਜ ਹੋ ਜਾਂਦੀ, ਤੁਹਾਡੀ ਵਿਲ ਪਾਵਰ ਸਟਰੋਂਗ ਹੋ ਜਾਂਦੀ ਹੈ। ਤੇ ਤੁਸੀਂ ਆਯੁਰਵੈਦਿਕ ਲਾਈਫ ਸਟਾਈਲ ਨੂੰ ਜ਼ਰੂਰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਡਾਈਟ ਦਾ ਧਿਆਨ ਰੱਖੋ ਔਰ ਯੋਗ ਪ੍ਰਾਣਾਯਾਮ ਨੂੰ ਆਪਣੀ ਜ਼ਿੰਦਗੀ ਦਾ ਇੱਕ ਪਾਰਟ ਬਣਾਓ, ਇੰਪੋਰਟੈਂਟ ਪਾਰਟ। ਹਾਂ ਬਿਲਕੁਲ। ਜਾਂਦੇ ਮੈਂ ਇਹ ਚੀਜ਼ ਤੁਹਾਨੂੰ ਡੈਫੀਨੇਟਲੀ ਜੋ ਮੇਰਾ ਪਰਸਨਲ ਐਕਸਪੀਰੀਅੰਸ ਉਸ ਤੋਂ ਦੱਸਣਾ ਚਾਹਣਾ ਕਿ ਬੱਚਿਆਂ ਨੂੰ ਜੇ ਆਪਾਂ ਇਹ ਆਯੁਰਵੇਦ ਦੀਆਂ ਜਿਹੜੀਆਂ ਨਿੱਕੀਆਂ ਚੀਜ਼ਾਂ, ਥੋੜੀ ਸੌਂਫ ਦੇਤੀ, ਕੋਈ ਦਾਲਚੀਨੀ ਦੇਤੀ, ਕੋਈ ਅਲਸੀ ਪਾਊਡਰ, ਥੋੜਾ ਕਰਕੇ ਜੇ ਉਹਨਾਂ ਨੂੰ ਆਪਾਂ ਇਹ ਚੀਜ਼ਾਂ ਦਾ ਟੇਸਟ ਦਿੰਦੇ ਰਹਾਂਗੇ ਤਾਂ ਇਹ ਇੱਕ ਲਿਮਟਿਡ ਮਾਤਰਾ ਦੇ ਵਿੱਚ ਹਮੇਸ਼ਾ ਹੀ ਫਾਇਦਾ ਕਰ ਜਾਂਦੀਆਂ। ਤਾਂ ਬੱਚਿਆਂ ਨੂੰ ਵੀ ਉਹਨਾਂ ਦਾ ਜਿਹੜਾ ਪੋਰਟਫੋਲੀਓ ਆ ਡਾਕਟਰ ਸਾਹਿਬ ਨਾਲ ਡਿਸਕਸ ਕਰਕੇ, ਤਾਂ ਉਹਨਾਂ ਨੂੰ ਵੀ ਇੱਕ ਆਪਾਂ ਉਹਨਾਂ ਦੇ ਲਈ ਵੀ ਇੱਕ ਡਾਈਟ ਪਲਾਨ ਕੋਈ ਉਹਨਾਂ ਦੀ ਏਜ ਦੇ ਹਿਸਾਬ ਨਾਲ ਆਪਾਂ ਬਣਾ ਕੇ ਦੇ ਸਕਦੇ ਹਾਂ। ਬੱਚਿਆਂ ਨੂੰ ਨੀਂਦ ਘੱਟ ਆਉਂਦੀ ਹੈ, ਬੱਚੇ ਹਾਈਪਰ ਜ਼ਿਆਦਾ, ਬੱਚੇ ਲਾਈਕ ਲੇਟ ਸੌਂਦੇ ਆ ਜਾਂ ਜਲਦੀ ਸੌਂਦੇ ਆ ਜਾਂ ਐਕਟਿਵ ਨਹੀਂ ਹੈਗੇ, ਜਾਂ ਉਹਨਾਂ ਨੂੰ ਜੋ ਕੁਛ ਪੜ੍ਹਦੇ ਆ ਉਹ ਯਾਦ ਨਹੀਂ ਰਹਿੰਦਾ, ਕੋਈ ਇਸ ਤਰ੍ਹਾਂ ਦੀਆਂ ਕੋਈ ਪਰੇਸ਼ਾਨੀਆਂ ਬੱਚਿਆਂ ਦੇ ਰਿਲੇਟਡ ਹੈਗੀਆਂ, ਤਾਂ ਵੀ ਤੁਸੀਂ ਡਾਕਟਰ ਸਾਹਿਬ ਨਾਲ 647 537 39 29 ਤੇ ਫੋਨ ਕਰਕੇ ਸਾਰਾ ਕੁਝ ਤੁਸੀਂ ਪੁੱਛ ਲੈਣਾ। ਸਮਾਂ ਸਮਾਪਤੀ ਵੱਲ ਹੈ ਜੀ, ਸਾਡਾ ਅਗਲਾ ਪ੍ਰੋਗਰਾਮ ਬਿਲਕੁਲ ਤਿਆਰ ਹੈ। ਇਸੇ ਤਰ੍ਹਾਂ ਜੁੜੇ ਰਹੋ ਵਿਜ਼ਨ ਪੰਜਾਬ ਦੇ ਨਾਲ, ਤਾਂ ਬਹੁਤ ਸਾਰੀਆਂ ਜਾਣਕਾਰੀ, ਬਹੁਤ ਸਾਰੇ ਵਧੀਆ ਪ੍ਰੋਗਰਾਮ ਇਸ ਮੰਚ ਤੋਂ ਪੇਸ਼ ਹੁੰਦੇ ਰਹਿਣੇ ਆ। 905 790 9099 ਇਹ ਫੋਨ ਤੁਸੀਂ ਹਮੇਸ਼ਾ ਆਪਣਾ ਫੋਨ ਨੰਬਰ ਦੇ ਵਿੱਚ ਐਡ ਕਰਕੇ ਰੱਖੋ। ਸਾਡਾ ਫੇਸਬੁੱਕ ਦਾ ਜੋ ਪੇਜ ਹੈ ਵਿਜ਼ਨ ਪੰਜਾਬ, ਉਹਨੂੰ ਲਾਈਕ ਕਰੋ। ਉਹਦੇ ਤੇ ਜੋ ਸਾਡੇ ਪ੍ਰੋਗਰਾਮ ਪੇਸ਼ ਹੋ ਚੁੱਕੇ ਆ ਜਾਂ
ਚੱਲ ਰਹੇ ਆ, ਇਹ ਤੁਸੀਂ ਲਾਈਵ ਉਹਦੇ ਤੇ ਦੇਖ ਸਕਦੇ ਹੋ। ਬੁੱਧਵਾਰ ਨੂੰ ਟਰਾਈ ਕਰਾਂਗੇ, ਕੋਸ਼ਿਸ਼ ਕਰਾਂਗੇ, ਕਿਉਂਕਿ ਥੋੜੇ ਜਿਹੇ ਸਕੇਜੂਲ ਇਸ ਤਰ੍ਹਾਂ ਦੇ ਆ ਕਿ ਮੇਰੇ ਨਾਲ ਬੁੱਧਵਾਰ ਦਾ ਪ੍ਰੋਗਰਾਮ ਸੰਜੀਵ ਖੋਬਲ ਜੀ ਪੇਸ਼ ਕਰਦੇ ਆ। ਟਰਾਈ ਕਰਾਂਗੇ ਕੋਈ ਚੰਗੀ ਬੁੱਕ ਤੇ ਇਸ ਵਾਰ ਪ੍ਰੋਗਰਾਮ ਲੈ ਕੇ ਆਈਏ, ਬਟ ਜੇਕਰ ਕਿਸੇ ਕਾਰਨ ਕਰਕੇ ਉਹ ਇਸ ਵਾਰ ਹਾਜ਼ਰੀ ਨਾ ਲਵਾ ਸਕੀਏ ਤਾਂ ਸਾਨੂੰ ਇਹ ਖਿਮਾ ਦੇ ਪਹਿਲਾਂ ਹੀ ਅਸੀਂ ਮੰਗ ਲੈਂਦੇ ਹਾਂ ਤੁਹਾਡੇ ਤੋਂ। ਕੋਸ਼ਿਸ਼ ਕਰਾਂਗੇ ਕਿ ਇਸ ਬੁੱਧਵਾਰ ਕੋਈ ਚੰਗਾ ਪ੍ਰੋਗਰਾਮ ਲੈ ਕੇ ਆਈਏ, ਪਰ ਜੇ ਕਿਸੇ ਕਾਰਨ ਕਰਕੇ ਉਹ ਪ੍ਰੋਗਰਾਮ ਨਾ ਪੇਸ਼ ਹੋਇਆ ਤਾਂ ਫਿਰ ਉਸ ਤੋਂ ਅਗਲੇ ਹਫਤੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਡਾ ਤੇ ਤੁਹਾਡਾ ਰੱਬ ਰਾਖਾ। ਤਾਂ ਲਈਏ ਮੰਜੂ ਜੀ, ਹਾਂਜੀ ਬਿਲਕੁਲ। ਸਤਿ ਸ੍ਰੀ ਅਕਾਲ।